सतगुरु गुरु गोबिंद सिंह महाराज जी के जीवन के मुतालिक सरदार कपूर सिंह जी ICS ਜਿਹੜੇ ਸਾਹਿਤ ਦੇ ਲਿਟਰੇਚਰ ਦੇ ਗੁਰਮਤ ਦੇ ਲਿਟਰੇਚਰ ਦੇ ਖੋਜੀ ਨੇ ਉਹਨਾਂ ਨੂੰ ਸਰਦਾਰ ਕਪੂਰ ਸਿੰਘ ਦੇ ਨਾਮ ਦਾ ਪਤਾ ਹੋਵੇਗਾ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮੁਤਲਕ ਇੱਕ ਸ਼ਬਦ ਕਿਹਾ ਸੀ। ਇੱਕ ਸਭਾ ਵਿੱਚ ਉਹ ਬੋਲਣ ਗਏ, ਉੱਥੇ ਪ੍ਰੋਫੈਸਰ ਸਾਹਿਬਾਨ ਡਾਕਟਰ ਸਾਹਿਬਾਨ ਬਹੁਤ ਪੜ੍ਹੇ ਲਿਖੇ ਮਨੁੱਖ ਬੈਠੇ ਨੇ। ਉਹਨਾਂ ਨੇ ਸ਼ੁਰੂਆਤ ਇਸ ਗੱਲ ਤੋਂ ਕੀਤੀ ਸੀ, ਕਹਿੰਦੇ ਨੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕੁਝ ਲਫ਼ਜ਼ ਕਹਿਣ ਆਇਆ। ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਗੱਲ ਕਰਨੀ ਇਸ ਤਰ੍ਹਾਂ ਹੈ ਜਿਵੇਂ ਕੋਈ ਇਨਸਾਨ ਆਪਣੇ ਹੱਥ ਵਿੱਚ ਕੈਮਰਾ ਪਕੜ ਕੇ, ਕਿਉਂਕਿ ਉਦੋਂ ਕੈਮਰੇ ਵਿੱਚ ਰੀਲ ਚੱਲਦੀ ਹੁੰਦੀ ਸੀ, ਰੀਲ ਧੋ ਕੇ ਫੋਟੋ ਬਣਾਉਂਦੇ ਸਨ। ਕਹਿੰਦੇ ਨੇ ਜਿਵੇਂ ਕੋਈ ਆਪਣੇ ਹੱਥ ਵਿੱਚ ਕੈਮਰਾ ਪਕੜ ਕੇ ਭਖਦੇ ਹੋਏ ਸੂਰਜ ਦੇ ਸਾਹਮਣੇ ਖਲੋ ਕੇ ਕਹੇ ਮੈਂ ਤੇਰੀ ਤਸਵੀਰ ਖਿੱਚਣ ਆਇਆ ਹਾਂ, ਭਖਦੇ ਹੋਏ ਸੂਰਜ ਸਾਹਮਣੇ ਖਲੋ ਕੇ ਕਹੇ ਮੈਂ ਤੇਰੀ ਫੋਟੋ ਖਿੱਚਣ ਆਇਆ। ਨਾ ਕੈਮਰਾ ਰਹੇਗਾ, ਨਾ ਰੀਲ ਰਹੇਗੀ, ਨਾ ਖਿੱਚਣ ਵਾਲਾ ਰਹੇਗਾ, ਕਿਉਂਕਿ ਸੂਰਜ ਦਾ ਪ੍ਰਤਾਪ ਹੀ ਇੰਨਾ ਹੈ ਕਿ ਸੂਰਜ ਦੀ ਤਸਵੀਰ ਨੇੜੇ ਹੋ ਕੇ ਖਿੱਚ ਕੇ ਨਹੀਂ ਸਕਣੀ ਹੈ, ਉਹਦੇ ਨਜ਼ਦੀਕ ਜਾਏਗਾ ਭਸਮ ਹੋਵੇਗਾ। ਦੂਜਾ ਸ਼ਬਦ ਉਹਨਾਂ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਵਿਆਖਿਆ ਕਰਨੀ ਇਸ ਤਰ੍ਹਾਂ ਕਿ ਜਿਵੇਂ ਬਿਜਲੀ ਚਮਕਦੀ, ਕੋਈ ਬਿਜਲੀ ਨੂੰ ਆਪਣੇ ਹੱਥਾਂ ਨਾਲ ਪਕੜਨਾ ਹੋਵੇ, ਕੋਈ ਬਿਜਲੀ ਭਖਦੀ ਕੋਈ ਨੂੰ ਆਪਣੇ ਹੱਥਾਂ ਨਾਲ ਪਕੜੇਗਾ ਤੇ ਭਸਮ ਹੋ ਜਾਏਗਾ, ਰਾਖ ਹੋ ਜਾਏਗਾ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਬਿਆਨ ਕਰਨਾ ਸੱਚ ਇਹ ਵੇ ਸਾਡੇ ਜੀਵਾਂ ਦੇ ਵਸ ਦੀ ਇਤਨੀ ਬਾਤ ਨਹੀਂ, ਪਰ ਫਿਰ ਵੀ ਮੈਂ ਕੁਝ ਜੋ ਸਾਨੂੰ ਦਾਤੇ ਨੇ ਸੋਝੀ ਦਿੱਤੀ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਜਦੋਂ ਵੀ ਨਿਰੂਪਣ ਕਰਨੇ ਅਸੀਂ ਇੱਕ ਗੱਲ ਤੇ ਬਹੁਤ ਜ਼ੋਰ ਦਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੈਸਾ ਸੂਰਮਾ ਕੋਈ ਨਹੀਂ। ਇਹ ਸੱਚ ਹੈ ਤੇ ਸੰਗਤ ਵੀ ਜ਼ਿਆਦਾਤਰ ਇਹ ਸੁਣਨਾ ਚਾਹੁੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੰਗਾਂ ਯੁੱਧਾਂ ਦੀ ਗੱਲ ਚੱਲੇ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ 14 ਜੰਗ ਲੜੇ ਆ 42 ਸਾਲਾਂ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਜੰਗ ਦੀ ਗੱਲ ਅਸੀਂ ਕਰਨੇ ਆ। ਥੋੜੀ ਜਿਹੀ ਸਿਫਤ ਭਾਈ ਨੰਦ ਲਾਲ ਸਾਹਿਬ ਦੀ ਉਹ ਰਚਨਾ ਉਹਨਾਂ ਨੇ ਕਮਾਲ ਕਰ ਦਿੱਤੀ, ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਦੇ ਆ। ਉਹ ਕਹਿੰਦੇ ਸੱਚ ਇਹ ਵੇ ਕਿ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਮਾਣਿਕ ਹੈ, ਉਹਦੇ ਦਰ ਤੇ ਪ੍ਰਵਾਨ ਹੈ। ਜਿਵੇਂ ਸਵਈਆਂ ਵਿੱਚ ਕਹੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੇ, ਕਿ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਦਰ ਤੇ ਤੁਲੇ ਹੋਏ ਨੇ, ਪ੍ਰਮਾਣਿਕ ਨੇ, ਉਹਨਾਂ 'ਚ ਕੋਈ ਸ਼ੱਕ ਨਹੀਂ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਏ ਆ। ਗੁਰੂ ਗੋਬਿੰਦ ਸਿੰਘ ਹੋਰਨਾਂ ਦੇ ਮਦਦਗਾਰ ਨੇ ਤੇ ਗੁਰੂ ਗੋਬਿੰਦ ਸਿੰਘ ਦੀ ਮਦਦ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਥੋੜੇ ਜਿਹੇ ਬਚਨ ਅਸੀਂ ਹਜ਼ੂਰ ਦੀ ਸਿਫਤ ਦੇ ਉਹਨਾਂ ਨੇ ਸ਼ਬਦ ਵਰਤੇ ਨੇ ਕਿ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਤੇ ਇਹ ਆਪ ਸਾਰੇ ਪਾਠ ਕਰਦੇ ਹੋ। ਯਾਦ ਰੱਖਿਓ ਇੱਥੇ ਕਦੀ ਗੁਰੂ ਗੋਬਿੰਦ ਸਿੰਘ ਨਹੀਂ ਪੜ੍ਹਨਾ, ਇਹ ਬਾਣੀ ਹੈ ਭਾਈ ਸਾਹਿਬ ਦੀ। ਅਰਥ ਭਾਵੇਂ ਗੁਰੂ ਗੋਬਿੰਦ ਸਿੰਘ ਨੇ, ਪਰ ਉੱਥੇ ਲਿਖਿਆ ਗੁਰ ਗੋਬਿੰਦ ਸਿੰਘ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਹੋਰਨਾਂ ਦੇ ਮਦਦਗਾਰ ਨੇ। ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਤੇ ਗੁਰੂ ਗੋਬਿੰਦ ਸਿੰਘ ਦਾ ਮਦਦਗਾਰ ਅਕਾਲ ਪੁਰਖ ਵਾਹਿਗੁਰੂ ਆਪ ਹੈ। ਉਹਦੇ ਵਿੱਚ ਇੱਕ ਬਚਨ ਹੈ ਹੱਕ ਰਾਹ ਗੰਜੂਰ। ਹੱਕ ਮੀਨਜ ਸੱਚ, ਪਰਮਾਤਮਾ। ਗੰਜ ਦਾ ਅਰਥ ਹੁੰਦਾ ਖਜ਼ਾਨਾ, ਗੰਜੂਰ ਦਾ ਅਰਥ ਹੈ ਖਜ਼ਾਨਚੀ, ਕਸਟੋਡੀਅਨ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਖਜ਼ਾਨਚੀ ਨੇ। ਰੂਹਾਨੀਅਤ ਦੇ ਖਜ਼ਾਨੇ ਦੀ ਚਾਬੀ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਪਕੜਾਈ ਹੋਈ ਹੈ। ਮੈਂ ਤਾਰਜ਼ ਕੀਤੀ ਕੇਵਲ ਇੱਕ ਪੱਖ ਨਾ ਲਈਏ। ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਉੱਪਰ ਪਰਮਾਤਮਾ ਦੀ ਬਖਸ਼ਿਸ਼ ਦਾ ਨੂਰ ਝੱਟਦਾ ਹੈ। ਉਸ ਵਿੱਚ ਇੱਕ ਉਹਨਾਂ ਬਚਨ ਕੀਤਾ ਹੱਕ ਹੱਕ ਆਈਨਾ। ਆਈਨਾ ਜਿਹਨੂੰ ਆਪਾਂ ਸ਼ਬਦ ਵਰਤਨੇ ਆ ਦਰਪਣ, ਆਰਸੀ, ਸ਼ੀਸ਼ਾ ਕਹਿੰਦੇ। ਗੁਰੂ ਗੋਬਿੰਦ ਸਿੰਘ ਸੱਚ ਦਾ ਸ਼ੀਸ਼ਾ ਹੈ। ਖਾਲਸੋ ਬੇਕੀਨਾ, ਖਾਲਸੋ ਦਰ ਤੇ ਸ਼ੁੱਧ। ਕੀਨਾ ਦਾ ਅਰਥ ਹੁੰਦਾ ਜੈਲਸ, ਸਾੜਾ, ਈਰਖਾ,
ਗੁਰੂ ਗੋਬਿੰਦ ਸਿੰਘ ਦਾ ਅੰਦਰ ਸਾੜੇ ਤੋਂ ਰਹਿਤ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮੈਦਾਨੇ ਜੰਗ ਵਿੱਚ ਉਤਰਦਾ ਹੈ, ਸੱਚ ਵੇ ਦੁਸ਼ਮਣ ਨਾਲ ਲੜਦਾ ਹੋਇਆ ਵੀ ਉਹਨੂੰ ਸਿੱਖਿਆ ਦੇਈ ਜਾਂਦਾ ਹੈ। ਉਹਦੇ ਅੰਦਰ ਜੈਲਸ ਨਹੀਂ। ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਉਸ ਵਿੱਚ ਕੋ ਬਚਨ ਕਰਦੇ ਨੇ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਸੱਚ ਦੇ ਜਾਣਕਾਰ ਨੇ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਜਦੋਂ ਗੁਰੂ ਗੋਬਿੰਦ ਸਿੰਘ ਦੇ ਸੀਸ ਤੇ ਕਲਗੀ ਹੈ, ਪਰਿਵਾਰ ਕੋਲ ਹੈ, ਸੀਸ ਤੇ ਚਵਰ ਝੁਲਦੀ ਏ, ਪ੍ਰਸਾਦੀ ਖਾਤੀ ਗੁਰੂ ਗੋਬਿੰਦ ਸਿੰਘ ਦੇ ਸਿਰ ਤੇ ਚੌਰ ਕਰਦਾ ਹੈ। ਹਜ਼ੂਰ ਦੇ ਕੋਲ ਆਪਣੀਆਂ ਫੌਜਾਂ ਨੇ। ਸੱਚ ਇਹ ਵੇ ਗੁਰੂ ਗੋਬਿੰਦ ਸਿੰਘ ਉਦੋਂ ਬਾਦਸ਼ਾਹ ਹੈ, ਤੇ ਜਦੋਂ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਮਿੱਤਰ ਪਿਆਰੇ ਨੂੰ ਖਾਲ ਮੁਰੀਦਾਂ ਦਾ ਗਾਉਣਾ ਕਹਿੰਦਾ ਹੈ, ਗਾਉਂਦਾ ਹੈ। ਸੱਚ ਇਹ ਵੇ ਉਦੋਂ ਗੁਰੂ ਗੋਬਿੰਦ ਸਿੰਘ ਵਰਗਾ ਦਰਵੇਸ਼ ਕੋਈ ਨਹੀਂ। ਮੈਂ ਇੱਥੇ ਥੋੜ੍ਹੇ ਜਿਹੇ ਅਰਥ ਕਰ ਦਿਆਂਗਾ। ਜਿਹੜਾ ਦਰਵੇਸ਼ ਲਫ਼ਜ਼ ਹੈ, ਅਸਲ 'ਚ ਫਾਰਸੀ ਦਾ ਇੱਕ ਲਫ਼ਜ਼ ਹੈ ਜੀ, ਦਰਵੇਜ਼। ਪੰਜਾਬੀ ਵਿੱਚ ਇਹਨੂੰ ਅਸੀਂ ਦਰਵੇਸ਼ ਲਫ਼ਜ਼ ਕਹਿੰਦੇ ਹਾਂ। ਗੁਰਬਾਣੀ ਵਿੱਚ ਬੜੀ ਵਧੀਆ ਹੈ। ਆਪ ਲੀਏ ਲੜ ਲਾਏ ਦਰ ਦਰਵੇਸ਼। ਦਰਵੇਸ਼ ਦਾ ਅਰਥ ਕੀ ਹੈ? ਅਸਲ 'ਚ ਦਰਵੇਸ਼ ਦਾ ਅਰਥ ਹੈ ਦਰਵਾਜ਼ੇ ਉੱਤੇ ਲਟਕਿਆ ਹੋਇਆ, ਦਰਵਾਜ਼ੇ ਉੱਤੇ ਡਿੱਗਿਆ ਹੋਇਆ। ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੇ ਦਰਵਾਜ਼ੇ ਦੇ ਉੱਤੇ ਟਹਿ ਹੋਏ ਨੇ। ਉਹ ਪਰਮਾਤਮਾ ਦੇ ਘਰ ਦੇ ਦਰਵੇਸ਼ ਨੇ। ਥੋੜ੍ਹਾ ਜਿਹਾ ਮੈਂ ਧਿਆਨ ਜੋ ਵਿਸ਼ਾ ਅੱਜ ਰੱਖਣਾ। ਭਾਈ ਨੰਦ ਲਾਲ ਸਾਹਿਬ ਨੇ ਸਿਫਤ ਕੀਤੀ, ਇੰਨੇ ਕਮਾਲ ਦੀ ਸਿਫਤ ਕੀਤੀ। ਸਤਿਗੁਰੂ ਇੱਕ ਦਿਨ ਕੇਸੀ ਇਸ਼ਨਾਨ ਕਰਕੇ ਕੇਸ ਹਰੇ ਕਰ ਰਹੇ ਆ, ਕਿਉਂਕਿ ਸਾਡੇ ਗੁਰਮਤਿ ਦੇ ਬੋਲਿਆਂ ਵਿੱਚ ਕੇਸ ਸੁਕਾਣਾ ਨਹੀਂ ਕਿਹਾ ਜਾਂਦਾ। ਯਾਦ ਰੱਖਿਓ, ਅਸੀਂ ਘਰਾਂ 'ਚ ਵਰਤਨੇ, ਅੱਜ ਕੇਸੀ ਕੀਤਾ ਤੇ ਕੇਸ ਸੁਕਾ ਲਓ ਨਹੀਂ। ਗੁਰਮਤਿ ਦੇ ਬੋਲਿਆਂ 'ਚ ਕਿਹਾ ਜਾਂਦਾ ਕੇਸੀ ਕਰਨ ਤੋਂ ਬਾਅਦ ਕੇਸ ਹਰੇ ਕਰਨਾ ਪਏ। ਹਜ਼ੂਰ ਨੇ ਕੇਸ ਹਰੇ ਕਰਦੇ ਪਏ ਆ। ਹਵਾ ਚੱਲੀ ਤੇ ਸੱਚੀ ਸਰਕਾਰ ਦੀ ਜ਼ੁਲਫ। ਤੇ ਮੈਂ ਇੱਕ ਬੇਨਤੀ ਬੀਬੀਆਂ ਭੈਣਾਂ ਨੂੰ ਕਰਾਂਗਾ, ਪਲੀਜ਼, ਭਾਵੇਂ ਘਰਾਂ 'ਚ ਹੋਵੋ ਭਾਵੇਂ ਬਾਜ਼ਾਰ ਵਿੱਚ ਹੋਵੋ, ਤੁਸੀਂ ਗੁਰੂ ਗੋਬਿੰਦ ਸਿੰਘ ਦੀਆਂ ਬੱਚੀਆਂ ਜੇ। ਗੁਰੂ ਗੋਬਿੰਦ ਸਿੰਘ ਦੀ ਧੀ ਦਾ ਸਿਰ ਕਦੀ ਨੰਗਾ ਨਹੀਂ ਹੁੰਦਾ। ਹੋ ਸਕਦਾ ਮੇਰੀ ਗੱਲ ਕਈਆਂ ਨੂੰ ਨਾ ਚੰਗੀ ਲੱਗੇ, ਪਰ ਗੁਰਮਤਿ ਆਈ ਪੰਜਾਬ ਵਿੱਚ। ਚੇਤੇ ਰੱਖਿਓ, ਸਿਰ ਨੰਗੇ ਦੇ ਅਰਥ ਬੜੇ ਹੋਰ ਤਰ੍ਹਾਂ ਦੇ ਜੇ। ਸਿਰ ਨੰਗੇ ਦੇ ਅਰਥ ਹੋਰ ਨੇ। ਸਿਰ ਨੰਗਾ ਅਰਥ ਜਿਹੜਾ ਸ਼ਬਦ ਹੈ ਵਾਹਿਗੁਰੂ ਜੀ, ਅਸਲ 'ਚ ਜਿਸ ਦੇ ਪਤੀ ਦੀ ਮੌਤ ਹੋ ਜਾਏ, ਵਿਧਵਾ ਲਈ ਸ਼ਬਦ ਵਰਤਿਆ ਜਾਂਦਾ ਹੈ, ਇਹ ਵਿਚਾਰੀ ਸਿਰੋਂ ਨੰਗੀ ਹੋ ਗਈ ਹੈ। ਸਿਰ ਨੰਗਾ ਹੋਣਾ ਮੌਤ ਦਾ ਸੂਚਕ ਹੈ। ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ। ਮਹਾਰਾਜ ਜੀ ਨੇ ਕੇਸ ਉੱਤੋਂ ਢੱਕਿਆ ਕੇਸ਼ਕੀ ਨਾਲ, ਤੇ ਹਵਾ ਚੱਲੀ ਤੇ ਕੇਸ ਗੁਰਦੇਵ ਦਾ ਚਿਹਰੇ ਦੇ ਸਾਹਮਣੇ ਆ ਗਿਆ। ਗੁਰੂ ਗੋਬਿੰਦ ਸਿੰਘ ਦਾ ਕੱਦ ਜ਼ਿਆਦਾ ਵੱਡਾ ਨਹੀਂ ਸੀ, ਦਰਮਿਆਨੇ ਕੱਦ ਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ। ਕੇਸ ਸਾਹਮਣੇ ਆਇਆ। ਭਾਈ ਨੰਦ ਲਾਲ ਸਾਹਿਬ ਵਰਗਾ ਗੁਰੂ ਦਾ ਸਿੱਖ ਗੁਰੂ ਪ੍ਰੇਮ ਵਿੱਚ ਭਿੱਜਾ। ਉਹਨੇ ਆਪਣੀ ਕਲਮ ਚੁੱਕੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੇਸ਼ ਨੂੰ ਦੇਖ ਕੇ, ਜ਼ੁਲਮ ਨੂੰ ਦੇਖ ਕੇ ਉਹਨੇ ਇੱਕ ਸ਼ੇਰ ਲਿਖਿਆ ਹੈ। ਤਾਂ ਗਜ਼ਲ ਦਾ ਉਹ ਸ਼ੇਰ ਕਹਿਣ ਲੱਗੇ, ਦੁਨੀਆ ਦੇ ਲੋਗੋ, ਆ ਮੇਰੇ ਪ੍ਰੀਤਮ ਮਾਈ ਦੇ ਇੱਕ ਵਾਲ ਦੇ ਵਿੱਚ ਦੀਨ ਤੇ ਦੁਨੀਆ ਦੇ ਦੋਨੋਂ ਸੁੱਖ ਬੱਜੇ ਨੇ। ਮੈਂ ਆਪਣੇ ਮਹਿਬੂਬ ਦੇ ਇੱਕ ਕੇਸ ਦੇ ਬਦਲੇ ਦੀਨ ਤੇ ਦੁਨੀ ਕੁਰਬਾਨ ਕਰਨ ਨੂੰ ਤਿਆਰ ਹਾਂ। ਉਹ ਪੰਜਾਬੀ 'ਚ ਸ਼ੇਰ, ਇਹ ਵਾਹਿਗੁਰੂ ਫਾਰਸੀ ਵਿੱਚ ਕਹੇ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਕਸਾਰੇ ਮਾਂ। ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਕਸਾਰੇ ਮਾਂ। ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਮੂਵੇ ਮੀਨਸ ਫਾਰਸੀ ਵਿੱਚ ਵਾਲ, ਕੇਸ਼। ਤਾਰ ਦਾ ਅਰਥ ਇੱਕ ਜ਼ੁਲਮ। ਕਹਿ ਸ਼ਬਦ ਵਰਦੇ ਨੇ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਕਸਾਰੇ ਮਾਂ। ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਇਹਦਾ ਪੰਜਾਬੀ 'ਚ ਤਰਜਮਾ ਹੈ ਜੀ ਕਿ ਦੀਨ ਤੇ ਦੁਨੀਆ ਦੋਵੇਂ ਬੱਧੇ ਅੰਦਰ ਜ਼ੁਲਫ ਪਿਆਰੇ ਹੂ। ਇੱਕ ਇੱਕ ਵਾਲ ਮਾਹੀ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੋ। ਗੁਰੂ ਗੋਬਿੰਦ ਸਿੰਘ ਦਾ ਕੇਸ਼। ਇਹੀ ਕਾਰਨ ਵੇਖੋ, ਮੈਂ ਜੇ ਵਿਸ਼ੇ ਆਪਣੇ ਵੱਲ ਤੁਰਨਾ ਹੈ ਕਿ ਸਾਡੇ ਵਿੱਚ ਕੇਸ ਕੱਟਣਾ ਸ਼ਬਦ ਨਹੀਂ ਵਰਤਦੇ। ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਨੇ ਕੇਸ ਕਤਲ ਕਰਾ ਦਿੱਤੇ, ਇਹੀ ਕਹਿੰਦੇ ਹਾਂ ਨਾ, ਕੱਟਣਾ ਨਹੀਂ ਵਰਤਦੇ। ਕਹਿੰਦੇ ਬੰਦੇ ਨੇ ਕੇਸ ਕਤਲ ਕਰਾਏ। ਚੇਤੇ ਰੱਖੋ, ਕਤਲ ਲਫ਼ਜ਼ ਉੱਥੇ ਵਰਤਿਆ ਜਾਂਦਾ ਜਿੱਥੇ ਕਿਸੇ ਬੰਦੇ ਨੂੰ ਮਾਰ ਦਿੱਤਾ ਜਾਏ। ਇਹਦਾ ਇੰਨਾ ਵੱਡਾ ਪਾਪ ਹੈ ਜਿਵੇਂ ਕਤਲ ਦਾ ਪਾਪ ਹੈ। ਨਾ ਗੁਰੂ ਕੇ ਸਿੱਖ ਹੋਵੇ ਕਾਏ ਤੇ ਕੇਸਾਂ ਦੀ ਬੇਅਦਬੀ ਕਰੇ। ਗੁਰੂ ਗੋਬਿੰਦ ਸਿੰਘ ਮਹਾਰਾਜ
मैं बेनती करांगा उन्हां बारे। दूजे भाई गुरदास साहब ने, एक तो गुरु अर्जुन देव दे वेले, एक गुरु गोबिंद सिंह जी तो बाद भाई गुरदास साहब जी, जिन्हां दी पौड़ी तुसीं सारे पढ़दे हो। बचन उन्हां दा, वाह वाह गोबिंद सिंह आपे गुरचेला, हर सच्चे तख्त रचाया सतसंगत मेला, नानक निरभो निरंकार विच सिद्धा खेला, गुरसिमर मनाई काल का खंडे की बेला। ਉਹਦੇ ਵਿੱਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਦਿਆਂ ਇੱਕ ਬਚਨ ਕਿਹਾ ਹੈ, ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ। ਮੈਂ ਇਹੀ ਤੁਹਾਡੇ ਨਾਲ ਸਾਂਝ ਕਰਕੇ ਜਾਣੀ। ਪ੍ਰਗਟਿਓ ਸ਼ਬਦ ਵਰਤਿਆ ਹੈ। ਉਂਝ ਪ੍ਰਗਟਿਓ ਸ਼ਬਦ ਬੜੇ ਕਮਾਲ ਦਾ ਜੀ। ਪ੍ਰਗਟਿਓ ਸ਼ਬਦ ਜੂਨਾਂ ਵਿੱਚ ਨਹੀਂ ਆਉਂਦਾ। ਖਾਲਸਾ ਵੀ ਪ੍ਰਗਟਿਆ ਹੈ, ਸੱਚ ਐਵੇਂ ਗੁਰੂ ਵੀ ਪ੍ਰਗਟਿਆ ਹੈ। ਵਹ ਪ੍ਰਗਟਿਓ ਪੁਰਖ ਭਗਵੰਤ ਰੂਪੇ ਦੇ ਅਰਥ ਨੇ ਉਹਦਾ ਅਰਥ ਹੈ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਇਆ ਹੈ। ਪੁਰਖ ਦਾ ਅਰਥ ਜੋ ਸਭ ਥਾਵਾਂ ਤੇ ਸਮਾਇਆ ਹੈ। ਭਗਵੰਤ ਰੂਪ ਦਾ ਅਰਥ ਹੈ ਪਰਮਾਤਮਾ ਦਾ ਆਪਣਾ ਨਿਜ ਸਰੂਪ। ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੂਰਮਾ ਪ੍ਰਗਟ ਹੋਇਆ। ਇੱਥੇ ਜਿਹੜੀ ਅੱਜ ਬੇਨਤੀ ਕਰਨੀ ਚਾਹੁੰਦਾ, ਅਸੀਂ ਸੂਰਮਾ ਲਫ਼ਜ਼ ਜਦੋਂ ਸਾਡੇ ਸਾਹਮਣੇ ਆਉਂਦਾ, ਇਸ ਦੇ ਅਰਥ ਕਰਨੇ ਆ ਬਹਾਦਰ, ਬਾਹੂਬਲੀ, ਲੜਾਈ ਵਿੱਚ ਜੂਝਣ ਵਾਲਾ। ਅਸੀਂ ਸੂਰਮੇ ਦੇ ਤਕਰੀਬਨ ਅਰਥ ਕਰਨੇ ਆ ਜਿਹੜਾ ਲੜਾਈ ਕਰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਨ ਵਾਲਿਓ, ਗੁਰਮਤਿ ਵਿੱਚ ਸੂਰਮੇ ਦਾ ਅਰਥ ਕੇਵਲ ਲੜਾਈ ਦੇ ਜੰਗ ਦੇ ਖੇਤਰ ਵਿੱਚ ਲੜਨ ਵਾਲਾ ਨਹੀਂ। ਗੁਰਬਾਣੀ ਵਿੱਚ ਸੂਰਮੇ ਦੇ ਅਰਥ ਬੜੇ ਵਿਸ਼ਾਲ ਨੇ, ਬਹੁਤ ਵਿਸ਼ਾਲ ਨੇ। ਜਦੋਂ ਕਿਤੇ ਸੂਰਮਿਆਂ ਦੀ ਗੱਲ ਚੱਲਦੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੰਨਾ ਵਿਸ਼ਾਲ ਅਰਥ ਕੀਤਾ ਗਿਆ ਸੂਰਮੇ ਦਾ। ਕਈ ਵਾਰੀ ਅਸੀਂ ਗੁਰੂ ਗੋਬਿੰਦ ਸਿੰਘ ਦੀ ਤੁਲਨਾ ਕਰਨੇ ਕਈ ਜਰਨੈਲਾਂ ਦੇ ਨਾਲ, ਫਲਾਣਾ ਯੂਰਪ ਵਿੱਚ ਹੋਇਆ, ਫਲਾਣਾ ਰੂਸ ਵਿੱਚ ਹੋਇਆ। ਮੈਂ ਕਹਿੰਦਾ ਮਤ ਕਰੋ ਉਹਨਾਂ ਨਾਲ ਤੁਲਨਾ, ਕਿਉਂਕਿ ਉਹ ਆਏ, ਲੜ ਕੇ ਚਲੇ ਗਏ, ਪਿੱਛੋਂ ਕੋਈ ਨਾਮੋ ਨਿਸ਼ਾਨ ਨਹੀਂ। ਗੁਰੂ ਗੋਬਿੰਦ ਸਿੰਘ ਤਾਂ ਭਗਵੰਤ ਪੁਰਖ ਰੂਪ ਹੈ, ਪਰਮਾਤਮਾ ਦਾ ਰੂਪ, ਜਿਹੜੇ ਉਦੋਂ ਵੀ ਮੌਜੂਦ ਸਨ ਤੇ ਸੱਚ ਇਹ ਵੇ ਅੱਜ ਸਰਬ ਵਿਆਪਕ ਹੋ ਕੇ ਪੂਰੇ ਖਾਲਸੇ ਦੇ ਸੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮੌਜੂਦ ਹੈ। ਗੁਰੂ ਗੋਬਿੰਦ ਸਿੰਘ ਦੀ ਖੋਜ ਉਹਨਾਂ ਜਰਨੈਲਾਂ ਨਾਲ ਆਪਾਂ ਕਿਵੇਂ ਤੁਲਨਾ ਕਰਦੇ ਹਾਂ? ਮੈਂ ਫਿਰ ਬੇਨਤੀ ਕਰਾਂਗਾ ਕਿ ਸੂਰਮਾ ਜਿਹੜਾ ਲਫ਼ਜ਼ ਹੈ ਬਹਾਦਰੀ ਦਾ ਸੂਚਕ ਹੈ। ਉਂਝ ਵੈਸੇ ਸੰਸਕ੍ਰਿਤ ਦੇ ਇੱਕ ਨਾਟਕਕਾਰ ਨੇ 4 ਤਰ੍ਹਾਂ ਦੇ ਸੂਰਮਿਆਂ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦਾ ਹੈ, ਇੱਕ ਹੁੰਦਾ ਕਰਮਵੀਰ, ਦੂਸਰਾ ਹੁੰਦਾ ਧਰਮਵੀਰ, ਤੀਸਰਾ ਹੁੰਦਾ ਜੁੱਧਵੀਰ ਤੇ ਚੌਥਾ ਹੁੰਦਾ ਦਾਨਵੀਰ। ਫਿਰ ਲਫ਼ਜ਼ ਧਿਆਨ ਨਾਲ ਸੁਣਿਓ ਕਿ ਜੁੱਧਵੀਰ, ਕਰਮਵੀਰ, ਧਰਮਵੀਰ ਤੇ ਦਾਨਵੀਰ। ਅਰਥ ਥੋੜੇ ਜਿਹੇ ਕਰ ਦੇਣਾ। ਜੁੱਧਵੀਰ ਦਾ ਅਰਥ ਹੈ ਉਹ ਸੂਰਮਾ ਜੋ ਮੈਦਾਨੇ ਜੰਗ ਵਿੱਚ ਜੂਝੇ। ਕਰਮਵੀਰ ਦਾ ਅਰਥ ਹੈ ਉਹ ਸੂਰਮਾ ਭਾਵੇਂ ਉਹ ਸ਼ਹਾਦਤ ਦਾ ਜਾਮ ਨਾ ਪੀਏ, ਪਰ ਇੰਨੇ ਕੁ ਰੂਹਾਨੀਅਤ ਦੇ ਚੰਗੇ ਕਰਮ ਕਰ ਜਾਏ, ਉਹਦੇ ਖੇਤਰ ਵਿੱਚ ਉਹਨੂੰ ਕੋਈ ਹਰਾ ਨਾ ਸਕੇ, ਉਹਨੂੰ ਕਿਹਾ ਜਾਂਦਾ ਹੈ ਇਹ ਕਰਮਵੀਰ ਹੈ, ਇਹ ਕਰਮਾਂ ਵਿੱਚ ਬਹਾਦਰ ਹੈ। ਜੁੱਧਵੀਰ, ਕਰਮਵੀਰ। ਤੀਸਰਾ ਸ਼ਬਦ ਵਰਤਦਾ ਹੈ ਕਿ ਧਰਮਵੀਰ, ਆਪਣੇ ਧਰਮ ਦੀ ਮਰਿਆਦਾ ਨੂੰ ਪਾਲਣ ਵਾਲਾ, ਧਰਮ ਨੂੰ ਕਮਾਉਣ ਵਾਲਾ, ਉਹਦੇ ਵਿੱਚ ਬਹਾਦਰ ਹੈ। ਤੇ ਚੌਥਾ ਸ਼ਬਦ ਹੈ ਜੀ ਦਾਨਵੀਰ। ਉਹਨੇ ਸ਼ਬਦ ਵਰਤੇ। ਦਾਸ ਨੇ ਰਾਤ ਹੀ ਇੱਕ ਆਰਟੀਕਲ ਪੜ੍ਹਿਆ ਤੇ ਮਨ ਚ ਆਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ, ਸੱਚ ਇਹ ਵੇ ਕਿ ਉਹਨਾਂ ਦੇ ਜੀਵਨ ਦੀ ਵਿਆਖਿਆ ਕਰਦੇ ਹਾਂ। ਇਹ 4 ਸ਼ਬਦਾਂ ਵਿੱਚ ਮੈਂ ਵਿਆਖਿਆ ਜ਼ਰੂਰ ਕਰਨ ਦਾ ਯਤਨ ਕਰਾਂਗਾ, ਪਰ ਸੱਚ ਇਹ ਵੇ ਕਿ ਗੁਰੂ ਗੋਬਿੰਦ ਸਿੰਘ ਤਾਂ ਉਹ ਸੂਰਮੇ ਨੇ ਕਿ ਜਿਹਦੇ ਉੱਤੇ ਸੂਰਮਿਆਂ ਦੀ ਹਰ ਵੰਨਗੀ ਪਰਿਭਾਸ਼ਾ ਜਿਹੜੀ ਆ ਕੇ ਖਤਮ ਹੋ ਜਾਂਦੀ ਹੈ। ਪਹਿਲੀ ਬੇਨਤੀ ਮੈਂ ਕਰਨ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸੂਰਮਾ ਕੌਣ ਹੈ? ਕੇਵਲ ਲੜਨ ਵਾਲਾ ਹੀ ਸੂਰਮਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਭ ਤੋਂ ਪਹਿਲਾਂ ਉਸ ਸੂਰਮੇ ਨੂੰ ਪ੍ਰਮਾਣਿਕ ਮੰਨਿਆ ਜਿਹੜੇ ਸੂਰਮੇ ਨੇ ਆਪਣੇ ਸੁਰਤ ਦੇ ਰਾਹੀਂ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਕਾਮ, ਕ੍ਰੋਧ, ਲੋਭ, ਹੰਕਾਰ ਇਹਨਾਂ ਪੰਜਾਂ ਨੂੰ ਮਲ ਕੇ ਰੱਖ ਦਿੱਤਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਦੋਂ ਵੱਡਾ ਸੂਰਮਾ ਕੌਣ ਹੋ ਸਕਦਾ ਹੈ? ਕਿਉਂਕਿ ਇਹ ਇੰਨੇ ਬਹਾਦਰ ਨੇ। ਕਾਮ, ਕ੍ਰੋਧ, ਲੋਭ, ਅਹੰਕਾਰ ਜਿਹੜਾ ਬੰਦਾ ਕਿਸੇ ਤੋਂ ਬਾਹਰੋਂ ਨਹੀਂ ਖਾਰਦਾ, ਸੱਚ ਇਹ ਵੇ ਪੰਜੇ ਬੰਦੇ ਦੀ ਪਿੱਠ ਲਾ ਕੇ ਚਲੇ ਜਾਂਦੇ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਹੈ, 4 ਵਰਨ ਚੌਹਾਂ ਕੇ ਮਰਦਨ, ਖਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਨੇ, ਪਾਂਚੋ ਹੀ ਮੋ ਸਲੀ ਰੇ,
जिन मिल मारे पंच सूरबीर ऐसो कौन बली रे। आख है सूरमा गुरमत दा। जिन मिल मारे पंच सूरबीर ऐसो कौन बली रे, जिन पंच मार बिदार गुदारे सो पूरा है कली रे। चार वर्ण एदा अर्थ खत्री ब्राह्मण शूद वैश्य। चौहां के मर्दन, मर्दन दा अर्थ दलेर बंदे, बहादुर बंदे। खट दर्शन कर तली रे, इन्ने विद्वान जिन्हां ने 6 शास्त्र अपनी खत दी तली ते रखे, मतलब जबानी चेते ने। सुंदर शरीरक तौर ते सोहणे बड़े ने, सूझवान ने, पर इन्ने सियाणे विद्वान होण दे बावजूद पंजां वकारां ने इन्हां बहादुरां नूं भी अपने गुलाम कीता होया है। चार वर्ण चौहां के मर्दन, खट दर्शन कर तली रे, सुंदर सुगर सूप सियाने पांचों की में मोह छली रे। जिन मिल मारे पंच सूरबीर, आख है सूरमा जिन्ने इन्हां पंजां नूं मारिया, ऐसो कौन बली रे, जिन पंच मार बिदार गुदारे सो पूरा है कली रे। थोड़ी जी बेनती सुनियो, मैं पहला वीर की व्याख्या कर लगा, बाणी भी सूरमा कौन है। दूसरा गुरु ग्रंथ साहिब का एक शब्द है, पाठ करने वालों नूं तुहानूं चेते होना है। मैं कल भी एक बेनती की, साध संगत जी इतिहास सुनो, तवारीख सुनो, इनू छड्डो ना, पर ऐस बापू वाल ध्यान जरूर रखियो जिहदा प्रकाश किया होया है, क्योंकि हिस्टरी तो निकलती शब्द के विचों है सिखां दी। महाराज जी ने तनासरी राग सूरमे का जिक्र किया, उत्थे शस्त्र का कोई जिक्र नहीं। उत्थे महाराज कहते जाको हर रंग लागो इस युग में, सूरमे का खेतर कितना विशाल है। जाको हर रंग लागो इस युग में सो कईयत है सूरा। जिन्हों परमात्मा दे नाल प्रेम लग जाए, रंग लग जाए परमात्मा का, वह सूरमा है। तो कौन? आत्म जिन्हें, जिन्हें अपनिया इच्छावां जित लिया, जिन्हें अपनिया ख्वाहिशां जित लिया, जिन्हें अपने फुरनियां ते कंट्रोल कर लिया। आत्म जिन्हें सगल वस्तां कै जाका, सतगुर पूरा ठाकुर गाइया आत्म रंग। शरणी पावन नाम ध्यावन सहज समावन संग। कह लगे वो है सूरमा जिदे अंदर परमात्मा दे नाम दा रंग लगा। इस तो अगली बेनती, गुरबाणी ने जिथे अपने अंदर दियां वासनावां नूं जितन वाले नूं सूरमा कहा, याद रखियो उत्थे जिस अंदर अनहद शब्द वजन लग पिया, निरंतर गुरु दे शब्द की धुनी गूंजन लग पई। गुरु साहब ने कहा एक नगारा बाहर वजदा है, जदों बाहर नगारा वजदा है तो सूरमियां दा खून उबाले खांदा है। जिदे अंदर अनहद नाद दा नगारा वजदा है, सच है उहदे अंदर इन्ना चाह पैदा हुंदा है, वो अंदर ते बाहर दे दुश्मनां ते फतेह पा लैंदा है। मैं एक श्लोक होर पढ़ांगा, उहदे विच अंदर दा सूरमा ते बाहर दा सूरमा दोनां दा जिक्र कीता है। वो बचन है गगन दमामा बाजियो, तुहानूं सब नूं चेते होना है। मैं पिछले दिन ये अर्थ किए। गगन का लफ्जी अर्थ है आकाश। आकाश का अर्थ दिमाग नहीं करांगे। विद्वान पुरखा ने गगन का अर्थ किया दसम द्वार, कि दसम द्वार दे विच अनहद नाद का नगारा बजिया। गगन तमामा बाजियो परियो निशाने काओ, खेत जो मांडियो सूरमा अब जूजन को धाओ। जिदे अंदर अनहद शब्द बजदा है, नाल शब्द है केवल अंदरूनी सूरमा नहीं, सूरा सो पहचानिए जो लरै दीन के हेत, पुरजा पुरजा कट मरे कबू न छाड़े खेत। गुरु ग्रंथ साहब सूरमे का खेतर बहुत वड्डा कर दी है। पहली बेनती दाश करेगा कि गुरु गोबिंद सिंह जैसा युद्ध वीर कोई नहीं। मैं 4 ही शब्द लेने ने, आ जेड़े दिन लंघे आ। गुरु गोबिंद सिंह ने चमकौर की जंग लड़ी है। गुरु गोबिंद सिंह अपनी बाणी युद्धां का जिक्र करते। मैं पिछले साल भी कर्ज की। गुरु गोबिंद सिंह ने अपनी जिंदगी की पहली जंग हजूर सच्चे पातशाह ने भंगाणी विच लड़ी सी, पौंटा साहिब के नेड़े। भंगाणी का युद्ध गुरु गोबिंद सिंह ने जितया, पर याद रखियो उस भंगाणी के युद्ध विच हजूर ने जिस तरह मुकाबला किया, उन्होंने अपनी रचना विच दर्ज किया। कैसे युद्धवीर ने गुरु गोबिंद सिंह महाराज। उन्हों का एक मैं छोटी जी झलकी नाले साखी नाले बाणी हो जाएगी। जदों युद्ध हो रहा है, बाहर देखो तीर अंदाज गुरमुख प्यारे तुसी बुलाए ने। सच है जे ये सिबत नहीं केवल झूठी, घट्टो घट तुसी आउण वाली संगत नूं प्रदर्शनी विच ओह तां दसदे पए हो कि साडा अमीर विरसा की है। भाई साहब तीर चलवाते पे संगतां तो। गुरु गोबिंद सिंह महाराज
ਜਦੋਂ ਪੰਘਾਣੀ ਦੇ ਯੁੱਧ 'ਚ ਉਤਰਦੇ ਆ ਤੇ ਪਹਾੜੀਆਂ ਦੇ ਵਿੱਚੋਂ ਇੱਕ ਬਹੁਤ ਕਮਾਲ ਦਾ ਤੀਰ ਅੰਦਾਜ਼ ਹੈ, ਉਹਦਾ ਨਾਮ ਹੈ ਖਰੀ ਚੰਦ। ਉਹ ਗੁੱਸੇ 'ਚ ਆਉਂਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੰਗਾਰਦਾ ਹੈ। ਜੁੱਧ ਵੀਰ ਕੈਸੇ ਨੇ ਗੁਰੂ ਗੋਬਿੰਦ ਸਿੰਘ, ਉਹ ਵੰਗਾਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ। ਤੇ ਮਹਾਰਾਜ ਜੀ ਦੇ ਸਨਮੁਖ ਹੁੰਦਾ ਹੈ ਤੇ ਹਜ਼ੂਰ ਕਹਿੰਦੇ ਨੇ ਖਰੀ ਚੰਦ ਤੂੰ ਪਹਿਲਾਂ ਵਾਰ ਕਰ, 3 ਵਾਰ ਤੂੰ ਕਰ, ਮੈਂ ਫਿਰ ਉਹਦਾ ਜਵਾਬ ਦਿਆਂਗਾ। ਹਰੀ ਚੰਦ ਸੱਚਮੁੱਚ ਆਪਣੇ ਪੱਥੇ 'ਚੋਂ ਤੀਰ ਕਰਕੇ ਪਹਿਲਾ ਵਾਰ ਕਰਦਾ ਹੈ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਹਿਲਾ ਵਾਰ ਉਹਨੇ ਤੀਰ ਦਾ ਸਾਡੇ ਘੋੜੇ ਤੇ ਕੀਤਾ, ਦੂਜਾ ਵਾਰ ਗੁਰੂ ਗੋਬਿੰਦ ਸਿੰਘ ਦੇ ਮੱਥੇ ਨੂੰ ਬਣਾਉਂਦਾ ਤੇ ਗੁਰੂ ਗੋਬਿੰਦ ਸਿੰਘ ਬਚਨ ਕਰਦੇ ਆ ਕਿ ਮੇਰੇ ਕੰਨ ਕੋਲੋਂ ਛੂਹ ਕੇ ਚਲਾ ਗਿਆ, ਅਕਾਲ ਪੁਰਖ ਨੇ ਮੈਨੂੰ ਹੱਥ ਦੇ ਕੇ ਬਚਾ ਲਿਆ। ਤੀਸਰਾ ਵਾਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੇਰੇ ਖਾਟ ਦਾ, ਦਿਲ ਦਾ ਕਰਦੇ ਆ, ਸੀਨੇ ਦਾ, ਪਰ ਉਹਦਾ ਨਿਸ਼ਾਨਾ ਚੁੱਕ ਗਿਆ। ਉਹ ਵਾਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਸਾਡੀ ਪੇਟੀ ਵਿੱਚ ਵੱਜਾ ਤੇ ਜਿਹੜੀ ਪੇਟੀ ਸੀ ਉਹਨੂੰ ਰੇਸ਼ਮੀ ਧਾਗੇ ਦੇ ਤਸਮਿਆਂ ਨਾਲ ਬੰਨਿਆ ਹੋਇਆ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਉਹ ਤੀਰ ਵੱਜਾ ਸਾਡੇ ਪੇਟ 'ਚ, ਅੰਦਰ ਗਿਆ, ਉਹਦੀ ਜਿਹੜੀ ਤਿੱਖੀ ਚੋਂਚ ਸੀ, ਉਹਦੀ ਮੁਖੀ ਸੀ, ਉਹ ਸਾਡੇ ਸੀਨੇ ਵੈਗਰੂ ਸਕਿਨ ਨਾਲ, ਚਮੜੀ ਨਾਲ ਛੂਈ। ਮਹਾਰਾਜ ਕਹਿੰਦੇ ਨੇ ਜਦੋਂ ਦੇਖਿਆ ਉਹਦੇ ਨਾਲ ਥੋੜਾ ਜਿਹਾ ਖੂਨ ਲੱਗਾ ਹੋਇਆ ਸੀ। ਉਸ ਯੁੱਧ ਵੀਰ ਗੁਰੂ ਦਾ ਜੰਗ ਵਿੱਚ ਲੜਨ ਦਾ ਤਰੀਕਾ ਨਾਲ ਉਹ ਬਾਣੀ 'ਚ ਕਹਿ ਰਿਹਾ ਕਿ ਖਰੀ ਚੰਦ ਕਉਪੇ ਕਮਾਨੰਗ ਸਭਾਰੰਗ, ਪ੍ਰਥਮ ਬਾਜ ਤਾਣੰਗ ਬਰਹਾਰੰਗ, ਦੁਤੀਆ ਤਾਕੈ ਤੀਰ ਮੋਕੋ ਚਲਾਏਂਗ, ਰੱਖਿਆ ਦਈਵ ਕਾਨ ਸ਼ਵੈ ਕੈ ਸਧਾਏਂਗ, ਤ੍ਰਿਤੀਏ ਤੀਰ ਮਾਰਿਓ ਸੋ ਪੇਟੀ ਮਧਾਰੰਗ। ਉਹ ਸ਼ਬਦ ਵਰਦੇ ਆ, ਤੀਜਾ ਤੀਰ ਉਹਨਾਂ ਪੇਟੀ ਵਿੱਚ ਮਾਰਿਆ, ਤ੍ਰਿਤੀਏ ਤੀਰ ਮਾਰਿਓ ਸੋ ਪੇਟੀ ਮਝਾਰੰਗ। ਉੱਥੇ ਅੱਗੇ ਸ਼ਬਦ ਵਰਦੇ ਨੇ ਚੁਬੀ ਚਿੰਚ ਚਰਮੰਗ, ਕਛੂ ਨਾ ਘਾਏ ਆਏਂਗ, ਕਵਲ ਕਲੰਗ ਕੇਵਲੰਗ ਦਾਸ ਜਾਨੰਗ ਬਚਾਏਂਗ। ਜਦੋਂ ਤੀਰ ਵੱਜਾ ਫਿਰ ਜੁੱਧ ਬੂਰ ਵੀਰ ਗੁਰੂ ਕਹਿੰਦਾ ਜਬੈ ਬਾਣ ਲਾਗਿਓ ਤਬੈ ਰੋਸ਼ ਜਾਗਿਓ, ਕਰੰਗ ਲੈ ਕਮਾਣੰਗ ਖਣਗ ਬਾਣ ਤਾਣੰਗ, ਸਭੈ ਵੀਰ ਧਾਏ ਸਰੋਗੰਗ ਚਲਾਏ। ਉਹਦੇ ਵਿੱਚ ਬਚਨ ਖਰੀ ਚੰਦ ਮਾਰੇ ਸੋ ਜੋਧਾ ਲਤਾਰੇ। ਮੈਂ ਅਰਜ਼ ਕਰਾਂਗਾ, ਦੇਖੋ ਮੈਦਾਨੇ ਜੰਗ 'ਚ ਉਤਰਿਆ ਸੂਰਮਾ ਗੁਰੂ, ਜੁੱਧ ਵੀਰ ਗੁਰੂ, ਹੱਥ ਸ਼ਸਤਰ ਪਕੜਦਾ ਹੈ ਤੇ ਸ਼ਸਤਰਾਂ ਵਿੱਚ ਵੀ ਰੱਬ ਦੀਆਂ ਸਿਫਤਾਂ ਕਰੀ ਜਾਂਦਾ ਹੈ। ਇਸ ਤੋਂ ਅਗਲੀ ਬੇਨਤੀ ਮੈਂ ਇੱਕ ਹੋਰ ਆਪ ਜੀ ਨੂੰ ਕਰਨੀ ਚਾਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੁੱਧ ਵਿੱਚ ਲੜਨ ਵਾਲੇ ਸਿੱਖ ਨੂੰ ਇਹ ਨਹੀਂ ਕਹਿੰਦੇ ਵੀਰ ਰਸ ਵਿੱਚ ਜ਼ਰੂਰ ਆ ਪਰ ਤੂੰ ਕ੍ਰੋਧਤ ਨਾ ਹੋਵੀਂ। ਇਹ 2 ਲਫ਼ਜ਼ ਧਿਆਨ ਨਾਲ ਸੁਣਿਓ, ਕ੍ਰੋਧ ਵਿੱਚ ਤੇ ਵੀਰ ਰਸ ਵਿੱਚ ਬੜਾ ਫਰਕ ਹੈ। ਕ੍ਰੋਧ ਬੰਦੇ ਨੂੰ ਖੁਦ ਨੂੰ ਵੀ ਸਾੜ ਦਿੰਦਾ ਹੈ, ਪਰ ਵੀਰ ਰਸ ਉਹ એનર્ਜੀ ਬਣਦੀ ਹੈ ਸ਼ਬਦ ਦੀ ਕਮਾਈ ਨਾਲ। ਰਣ ਤੱਤੇ ਵਿੱਚ ਸਿੱਖ ਉਤਰਦਾ ਹੈ, ਉਹਦੀਆਂ ਅੱਖਾਂ ਵਿੱਚ ਖੂਨ ਉਤਰਦਾ ਹੈ, ਪਰ ਸਭ ਕੁਝ ਅੰਦਰ ਹਰਕਤ ਹੋਣ ਦੇ ਬਾਵਜੂਦ ਉਹਦੇ ਸੀਨੇ ਵਿੱਚੋਂ ਕਦੀ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ। ਵੀਰ ਰਸ ਦਾ ਅਰਥ ਕ੍ਰੋਧ ਨਹੀਂ। ਇਹਨੂੰ ਹਜ਼ੂਰ ਨੇ ਕਿਹਾ ਧਨ ਜੀਓ ਤੈ ਕੋ ਜਗ ਮੈਂ ਮੁਕਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਦੇ ਅਨਿਤ ਨਨਿਤ ਰਹਿ ਜਸ ਨਾਮ ਸਦਾ ਭਵ ਸਾਗਰ ਤਾਰੇ। ਹਜ਼ੂਰ ਕਹਿੰਦੇ ਨੇ ਖੱਤ ਵਿੱਚ ਸ਼ਸਤਰ ਹੋਵੇ, ਮੈਦਾਨ ਵਿੱਚ ਉਤਰੇ, ਇਹਦੇ ਮੁਖ ਦੇ ਵਿੱਚ ਪਰਮਾਤਮਾ ਦਾ ਨਾਮ ਹੋਵੇ। ਸੱਚ ਇਹ ਵੀਰ ਰਸ ਵਿੱਚ ਆਉਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਮੈਂ ਇੱਥੇ ਇੱਕ ਉਦਾਹਰਨ ਹੋਰ ਆਪ ਜੀ ਨੂੰ ਦੇ ਜਾਣਾ। ਸਿਰਫ ਪਹਿਲੀ ਬੇਨਤੀ ਹੈ, ਜੁੱਧ ਵੀਰ ਮਹਾਰਾਜ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ 'ਚ ਆਪ ਲੜਦੇ ਆ। ਕੱਲ ਨੂੰ ਮੈਂ ਇਹਦਾ ਜ਼ਿਕਰ ਕਰਨਾ, ਇਕੱਠੀ ਦੋਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ, ਵੱਡਿਆਂ ਦੀ ਛੋਟਿਆਂ ਦੀ, ਬਾਬਾ ਬੰਦਾ ਸਿੰਘ ਬਹਾਦਰ ਦਾ। ਦੇਖੋ ਸੂਰਮਾ ਸਤਿਗੁਰੂ ਹੱਥ 'ਚ ਤੀਰ ਪਕੜਦੇ ਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਰਖਾਂ ਚੜ੍ਹ ਕੇ ਆਉਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਇੱਕ ਤੀਰ ਉਹਦੇ ਸੀਨੇ ਵਿੱਚ ਬਖਸ਼ ਦਿੰਦੇ ਆ। ਇੱਕ ਹੈ ਜ਼ਫਰ ਬੇਗ, ਜਿਹਨੂੰ ਖਵਾਜਾ ਮਹਿਮੂਦ ਤੇ ਸਤਿਗੁਰੂ ਨੇ ਜ਼ਫਰਨਾਮੇ 'ਚ ਖਵਾਜਾ ਮਰਦੂਦ ਕਿਹਾ ਹੈ। ਜਦੋਂ 2 ਜਰਨੈਲ ਡਿੱਗਦੇ ਆ ਤੇ ਉਹ ਆਪਣਾ ਸਿਰ ਲੁਕਾ ਕੇ ਗੜੀ ਦੀ ਦੀਵਾਰ ਨਾਲ ਦੌੜ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਜ਼ਫਰਨਾਮੇ 'ਚ ਕਹਿੰਦੇ ਆ ਔਰੰਗਜ਼ੇਬ ਨੂੰ, ਮੈਂ ਆਪਣੇ ਤੀਰ ਵਰਤੇ, ਅਫਸੋਸ ਮੈਨੂੰ ਚਮਕੌਰ ਦੀ ਗੜੀ ਦਾ ਜੁੱਧ ਵੀਰ ਕੈਸਾ ਹੈ ਦਾਤਾ। ਉਹਨਾਂ ਇਹ ਨਹੀਂ ਕਿਹਾ ਮੇਰੇ ਪੁੱਤਰ ਸ਼ਹੀਦ ਹੋ ਗਿਆ ਅਫਸੋਸ, ਗੁਰਮੁਖੋ ਨਾ ਉਹ ਨਹੀਂ ਕਿਹਾ ਮੇਰੇ 3 ਪਿਆਰੇ ਸ਼ਹੀਦ ਹੋ ਗਏ ਅਫਸੋਸ। ਮਹਾਰਾਜ ਕਹਿੰਦੇ ਮੈਨੂੰ ਇੱਕੋ ਅਫਸੋਸ ਕਹੇ ਕਿ ਜਿਹੜਾ ਬਹੁਤ ਜ਼ਿਆਦੀਆਂ ਡੀਂਗਾਂ ਤੇ ਦਮਗਜੇ ਮਾਰਦਾ ਸੀ ਜ਼ਫਰ ਬੇਗ ਖਵਾਜਾ ਮਹਿਮੂਦ, ਉਹ ਆਪਣਾ ਸਿਰ ਲੁਕਾ ਕੇ ਚਲਾ ਗਿਆ। ਜੇ ਮੈਨੂੰ ਦਿਸ ਪੈਂਦਾ ਇੱਕ ਤੀਰ ਮੈਂ ਉਹਦੇ ਸੀਨੇ ਵਿੱਚ ਬਖਸ਼ ਦੇਣਾ ਸੀ। ਇੱਕ ਹੈ ਗੁਰੂ ਗੋਬਿੰਦ ਸਿੰਘ ਜੀ ਜੁੱਧ ਵੀਰ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਬੋਲ ਨੇ ਕਿ ਆ ਖਵਾਜ਼ਾ ਮਰਦੂਦ ਸਾਇਆ ਏ ਦੀਵਾਰ,
जे ख्वाजा महमूद दीवार दे आसरा लैके ना जाता कि आ ख्वाजा मरदूद साया ए दीवार, महाराज कहते ने दरेगा अगर रुवे आदीद मंग बा यक तीर लाचार बख्शीद मंग, जे मैनू नज़र पै जाता मैं एक तीर ओनू भी बख्श देना सी। मैं अर्ज करांगा गुरु गोबिंद सिंह कितने वड्डे युद्ध वीर ने, वो मैदाने जंग च उतरदे आ इत्थों तक कि उन्हां दे चेहरे ते रचक मात्र भी कोई मलाल नहीं, कोई उन्हां दे चेहरे ते पीलापन नहीं, कोई घबराहट नहीं। जेड़े अपने पुत्तर नूं तोड़दियां शब्द वरदे ने मेरे बेटे जुझार सिंह मैदान विच उतर लगे, ये गल चेते रखी, जदों तेरे सीने विच तीर वजे अपना मुख मेरे वल करी, मैं तेनू शहीद हुंदा देखना चाहना। मेरी एक इच्छा है तेरे कलेजे विच बरशी वेख वजे ते मैं अपनियां अखां दे नाल देखा। गुरमुखो केवल इमोशनल करने वाले शब्द नहीं, तुहाडी मेरी तवारीख है। लिखदा अल्लाह यार खां जोगी कि ख्वाहिश है कि तुम्हें तेग चलाते हुए देखें, हम आंख से तुम्हें बरशी खाते हुए देखें। धन गुरु गोबिंद सिंह महाराज, मैं सिर्फ एक संखेप च लिया युद्ध वीर, उस तो बाद असी पढ़ने गुरु गोबिंद सिंह महाराज जी उन्हां वर्गा करमवीर कौन है। वो तो वैगुरु अगे हथ फैला के कहते परमात्मा एक किरपा मेरे ते कर कि मैनू शुभ करमन तो कदी मैं टला ना। वो करमवीर ने। असी पढ़ने दे शिवा बरमोहे एक है, शुभ करमन ते कबहू ना डरूं। वो कहते शुभ करमन तो चंगे काम तो कदी मैं पिछे ना हटा, क्योंकि गुरु ग्रंथ साहिब की बाणी सानू शुभ करमवीर बनाती है। तुसी जदों गुरु ग्रंथ साहिब का पाठ करते हो, इस विच कर्म की बड़ी वड्डी महानता है। भावें कर्म फिलासफी बारे बोलना कुछ होर है कि कर्म हुंदा है, एक विचों निकल के कहांगा। हुण कहा जाता कोई कर्म नहीं, कोई पाप नहीं, कोई पुण्य नहीं, ये तो प्रचारक डरांदे पे आ। इत्थों तक कहा जाता मैं खिन विचों निकलिया, ये कोई सजावा नहीं, कोई कुछ नहीं, ये तो पुराने मुहावरे वरते आ, यही कहते आ। वो गुरु के सिखो रोज़ जपजी साहिब पढ़ते हो। बाबा नानक जी कहते हैं पाप भी है तो पुण्य भी है, चंगा भी है तो मंदा भी है, तो जो कुछ तू जिउंदे जी कमाना पिया चेते रखी इस बीजे हुए बीज नूं किते जाके तू वढना भी है। आ जपजी साहिब दियां तुकां ने पुन्नी पापी आखन ना है, कर कर करना लिख ले जाओ आखन नाए दर ते। पाप और पुण्य मुहावरा नहीं, ये कहावत नहीं, ये वापरेगा। पुन्नी पापी आखन नाहे कर कर करना लिख ले जाओ, आपे बीज आपे ही खाओ, नानक हुक्मी आओ जाओ। गुरु गोबिंद सिंह महाराज उन्होंने सानू गुरु ग्रंथ साहिब की बाणी च भी सेध दी कि करमवीर कि असी बाणी च पढ़ते नहीं, ऐसा काम मूले ना कीचै, ये करमवीर लई है, जित अंत पछोताई है। इसे करके बाणी च असी पढ़ते हैं कि इहो जिहा काम ना करी कि रब की दरगाह में शर्मिंदा होवे। जिमें असी हजूर का पाठ करने, जिन्नी कामी नाहे गुण ते कमड़े विसार, मत शर्मिंदा थी वही साईं दे दरबार सिख करमवीर है। जी गुरु खुद करमवीर है। बाबा जी ने बाणी च कहा सोई कम कमाए जित मुख उजला, ओ कर्म करी जिदे नाल परमात्मा की दरगाह में जाके तेरा मुख उजला हो जाए। गुरु गोबिंद सिंह महाराज जिथे युद्ध विच लड़न की सूरम गति दे विच माहर ने, मैं एक उदाहरण देने ना, उत्थे शुभ कर्म ते गुरु गोबिंद सिंह बहुत जोर देंदे आ। चलो एक उदाहरण है आप जी दे सन्मुख। गुरु गोबिंद सिंह जी दे दो सिख होए ने, लाहौरा सिंह ते भाई माला सिंह। इन्हां दा जिक्र 100 साखी विच भी है, इन्हां दा जिक्र तकरीबन हर इतिहासकार ने किया है। भाई माला सिंह काम करते हैं शाहूकारे का। फिर मैं ट्यूक मात्र कि करमवीर कैसे कि कर्म माड़े ना कर। शाहूकारे का काम तुहानूं पता होना है, जिवें पैसे देने तो उसकी ब्याज मिलती हुंदी सी, कर्म करते सन लोग। उहदे तो भाई लाहौरा सिंह ने कुछ माया उधारी लै लई। वो गुरु के बच्चों का खिडावा है भाई लाहौरा सिंह, उन्हें माया दे दी भाई माला सिंह ने, पर उन्हें वापस ना की। एक शाम भाई माला सिंह लाहौरा सिंह के घर गए, आनंदपुर साहिब की घटना। कह लगे गुरु के सिखा मेरा हाथ तंग हो गया, मेरे को इन्नी माया रही जिहड़ी तेनों उधार दी सी उन्हें वापस कर दे। वो अगों मजाक कर लग पिया, कह लगा तू दिता सिख ने खा लिया, कादे लेखे कौन मंगण आया।
ਜਦੋਂ ਉਹਨੇ ਵਾਰ-ਵਾਰ ਕਿਹਾ ਲਾਹੌਰਾ ਸਿੰਘ ਮੁੱਕਰ ਜਾਏ, ਤੇ ਮਾਲਾ ਸਿੰਘ ਨੇ ਇੱਕੋ ਗੱਲ ਕਹੀ ਵੀ ਜੇ ਤੂੰ ਉਧਾਰ ਲੈ ਕੇ ਵਾਪਸ ਨਹੀਂ ਕਰੇਗਾ ਤੇ ਤੈਨੂੰ ਲੇਖਾ ਦੇਣਾ ਪਏਗਾ। ਗੁਰੂ ਗੋਬਿੰਦ ਸਿੰਘ ਛੱਤ ਉੱਤੇ ਖਲੋਤੇ, ਉਹਨਾਂ ਨੂੰ ਘਰ ਨੇੜੇ ਸੀ ਭਾਈ ਲਾਹੌਰਾ ਸਿੰਘ ਦਾ। ਭਾਈ ਮਾਲਾ ਸਿੰਘ ਕਹਿੰਦਾ ਦੇਖ ਕੇ ਚੰਗਾ ਕੰਮ ਨਹੀਂ, ਮੈਂ ਉਧਾਰ ਦਿੱਤਾ, ਤੂੰ ਮੈਨੂੰ ਵਾਪਸ ਕਰ, ਜੇ ਨਾ ਕੀਤਾ ਇਸ ਕਰਮ ਦੀ ਸਜ਼ਾ ਮਿਲੇਗੀ। ਤੇ ਅੱਗੋਂ ਭਾਈ ਲਾਹੌਰਾ ਸਿੰਘ ਤੁਕ ਪੜ੍ਹ ਕੇ ਕਹਿੰਦਾ ਲੇਖਾ ਕੋਈ ਨਾ ਬਖਸ਼ੀ ਜਾਂ ਹਰ ਬਖਸ਼ਣ ਦਾ। ਉੱਥੇ ਵੈਸੇ ਗੁਰਬਖਸ਼ਣ ਦਾ ਲਿਖੇ, ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ। ਚੱਲ ਲਾਹੌਰਾ ਸਿੰਘ ਇਹ ਬੋਲਿਆ ਤੇ ਗੁਰੂ ਗੋਬਿੰਦ ਸਿੰਘ ਛੱਤ ਤੇ ਖਲੋਤੇ ਆਵਾਜ਼ ਦੇ ਕੇ ਕਹਿਣ ਲੱਗੇ, ਲਾਹੌਰਾ ਸਿੰਘ, ਗੁਰਬਾਣੀ ਦੀਆਂ ਤੁਕਾਂ ਦੇ ਅਰਥ ਗਲਤ ਕਰਮ ਕਰਕੇ ਮਤ ਗਲਤ ਕਰ। ਗੁਰ ਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਪਾਏ ਖਾਏ। ਗੁਰੂ ਪੀਰ ਵੀ ਤਾਂ ਮਦਦਗਾਰ ਹੁੰਦਾ ਜੇ ਸਿੱਖ ਭੈੜੇ ਕਰਮ ਨਹੀਂ ਕਰੇਗਾ ਤਾਂ। ਯਾਦ ਰੱਖੋ, ਮੈਂ ਬੇਨਤੀ ਕਰਾਂਗਾ, ਇੰਨਾ ਸੋਹਣਾ ਕਰਮਵੀਰ ਉੱਤੇ ਸਮਝਾ ਦਿੱਤਾ, ਤੂੰ ਮਾੜੇ ਕਰਮ ਕਰ ਰਿਹਾ ਹੈ। ਮੈਂ ਬੇਨਤੀ ਕਰਾਂਗਾ, ਗੁਰੂ ਗੋਬਿੰਦ ਸਿੰਘ ਜੁੱਧਵੀਰ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਕਰਮਵੀਰ ਨੇ। ਕਰਮਵੀਰ ਦਾ ਅਰਥ ਸਾਡਾ ਕਰੈਕਟਰ ਉੱਚਾ ਚੱਕਣ ਵਾਲੇ। ਚਲੋ ਇੱਕ ਉਦਾਹਰਨ ਮੈਂ ਹੋਰ ਆਪ ਜੀ ਨੂੰ ਦੇ ਦੇਣਾ, ਭਾਵੇਂ ਮੈਂ ਥੋੜਾ ਜਿਹਾ ਇਤਿਹਾਸ ਚੋਂ ਲਿਆ। ਸਾਨੂੰ ਚੰਗੇ ਕਰਮ ਲਈ ਗੁਰੂ ਸਾਹਿਬ ਨੇ ਪ੍ਰੇਰਿਆ ਹੈ, ਤੇ ਸ਼ੁਭ ਕਰਮ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਦੈਵੀ ਕੰਮਾਂ ਤੋਂ ਬਿਨਾਂ, ਗੁਣਾਂ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਕੋਏ। ਇੱਕ ਉਦਾਹਰਨ ਹੋ ਰਿਹਾ ਆਪ ਜੀ ਦੇ ਸਨਮੁਖ ਕਿ ਕਰਮਵੀਰ ਕਿਵੇਂ ਸਤਿਗੁਰੂ ਬਣਾਉਂਦੇ ਆ। ਸਿੱਖ ਜੰਗ ਜਿੱਤ ਕੇ ਆਉਂਦੇ ਆ, ਜਦੋਂ ਜੰਗ ਜਿੱਤ ਕੇ ਆਏ ਖੁਸ਼ੀ ਬੜੀ ਹੈ, ਜ਼ਾਲਮ ਨੂੰ ਸੋਧਾ ਲਾਇਆ, ਵਾਪਸ ਦਰਬਾਰ ਵਿੱਚ ਆਉਂਦੇ ਆ ਤੇ ਇੱਕ ਡੋਲਾ ਵੀ ਨਾਲ ਆ ਗਿਆ ਹੈ। ਦੇਖੋ, ਮੈਂ ਕੋਈ ਅਤ ਕਥਨੀ ਗੱਲ ਨਹੀਂ, ਸਾਡੀ ਤਵਾਰੀਖ 'ਚ ਲਿਖਿਆ ਹੈ, ਘਟਨਾ ਵਾਪਰੀ ਹੈ। ਮਹਾਰਾਜ ਖੁਸ਼ ਨੇ, ਜਦੋਂ ਡੋਲਾ ਦੇਖਿਆ ਕਹਿਣ ਲੱਗੇ ਇਹ ਕੀ। ਅੱਗੋਂ ਇੱਕ ਸਿੱਖ ਕਹਿੰਦਾ, ਮਹਾਰਾਜ ਸਾਨੂੰ ਇੱਕ ਗੱਲ ਸਮਝਾਓ ਕਿ ਤੁਰਕ ਜਿਹੜੇ ਨੇ ਉਹ ਹਿੰਦੂ ਔਰਤਾਂ ਦੀ ਬੇਪਤੀ ਕਰਦੇ ਆ, ਧੱਕਾ ਕਰਦੇ ਆ, ਕਿ ਸਿੱਖ ਉਸ ਬੇਇੱਜ਼ਤੀ ਦਾ ਬਦਲਾ ਬੇਇੱਜ਼ਤੀ ਦਾ ਉਸ ਢੰਗ ਨਾਲ ਨਹੀਂ ਲੈ ਸਕਦਾ। ਤੁਸੀਂ ਸੂਝਵਾਨ ਮੇਰੀ ਗੱਲ ਸਮਝ ਗਏ ਹੋ ਕਿ ਸਿੱਖ ਉਹ ਬਦਲਾ ਲੈ ਨਹੀਂ ਸਕਦਾ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨੇਤਰਾਂ ਜਿਵੇਂ ਖੂਨ ਉਤਰ ਆਇਆ, ਉੱਚੀ ਆਵਾਜ਼ ਵਿੱਚ ਕਹਿਣ ਲੱਗੇ, ਚੇਤੇ ਰੱਖਿਓ, ਮੈਂ ਕੇਵਲ ਜੰਗਜੂ ਸ਼ਸਤਰ ਚਲਾਉਣ ਵਾਲੇ ਨਹੀਂ ਬਣਾਇਆ, ਮੈਂ ਤੁਹਾਡਾ ਕਰੈਕਟਰ ਇੰਨਾ ਕੁ ਉੱਚਾ ਲੈ ਕੇ ਜਾਣਾ ਕਿ ਦੁਸ਼ਮਣ ਦੀ ਧੀ ਪੈਣ ਵੀ ਨੇੜੇ ਆਵੇ, ਉਹਨੂੰ ਪ੍ਰਤੀਤ ਹੋਵੇ ਮੈਂ ਸਿੱਖ ਦੇ ਕੋਲ ਆਈਆਂ, ਮੇਰੀ ਪੱਤ ਨੂੰ ਕੋਈ ਹੱਥ ਨਹੀਂ ਪਾ ਸਕਦਾ। ਗੁਰੂ ਗੋਬਿੰਦ ਸਿੰਘ ਕਰਮਵੀਰ ਹੈ। ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ 'ਚ ਲਿਖਿਆ ਹੈ ਕਿ ਪੁਨ ਸਿੰਘਨ ਬੂਝੇ ਗੁਣਖਾਨੀ, ਸਕਲ ਤੁਰਕ ਭੁਗਵੈ ਹਿੰਦਵਾਨੀ। ਸਿੱਖ ਬਦਲਾ ਲੈ ਭਲਾ ਜਨਾਵੈ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ। ਅਰਥ ਮੇਰਾ ਖਿਆਲ ਉੱਤੇ ਸਾਰੇ ਲਿਖਦੇ ਪਏ। ਪੁਨ ਸਤਿਗੁਰ ਪੁਨ ਸਿੰਘਨ ਬੂਝੈ ਗੁਣਖਾਨੀ, ਸਕਲ ਤੁਰਕ ਭੁਗਵੈ ਹਿੰਦਵਾਨੀ। ਸਿੱਖ ਬਦਲਾ ਲੈ ਭਲਾ ਜਨਾਵੈ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ। ਅੱਗੇ ਕਹਿੰਦੇ ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮ ਲੈ ਜਾਨੋ ਪੰਥ ਉਚੇਰੇ। ਪਿਆਰਿਓ ਯਾਦ ਰੱਖਿਓ, ਖਾਲਸਾ ਕੇਵਲ ਸ਼ਬਦ ਜੋੜਨ ਵਾਲਾ ਨਹੀਂ, ਖਾਲਸਾ ਤਾਂ ਇੰਨਾ ਉੱਚਾ ਨਾਮ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਜਿਹੜਾ ਹੈ ਉਹ ਕੇਵਲ ਡਰਾਉਂਦਾ ਨਹੀਂ, ਉਹ ਕਿਸੇ ਨੂੰ ਦਬਕੇ ਨਹੀਂ ਲਾਉਂਦਾ, ਉਹ ਮਿਠਾਸ ਨਾਲ ਭਰਿਆ ਹੈ, ਨਿਮਰਤਾ ਦਾ ਪੁਤਲਾ ਹੈ। ਤੇ ਜਦੋਂ ਉਹਦੇ ਸਾਹਮਣੇ ਕੋਈ ਆਉਂਦਾ ਹੈ, ਉਹ ਰਣ ਤੱਤੇ ਵਿੱਚ ਪੁਰਜਾ ਪੁਰਜਾ ਕੱਟ ਮਰਦਾ ਹੈ, ਉਹਦੇ ਕੋਲ ਗਿਆ ਡਰ ਨਹੀਂ ਲੱਗਦਾ ਹੁੰਦਾ, ਉਹਦੇ ਕੋਲ ਗਿਆ ਡਰ ਮੁੱਕ ਜਾਂਦੇ ਹੁੰਦੇ ਆ। ਸਤਿਗੁਰੂ ਨੇ ਸ਼ਬਦ ਵਰਤਿਆ, ਸੁਣ ਸਤਿਗੁਰੂ ਬੋਲੇ ਤਿਸ ਬੇਰੇ, ਹਮ ਲੈ ਜਾਨੋ ਪੰਥ ਉਚੇਰੇ। ਸ਼ਬਦ ਵਰਤਿਆ ਨਹੀਂ ਅਦੋ ਗਿੱਤੀ ਵਿਖੇ ਪਹੁੰਚਾਵੂੰ, ਤਾਂ ਤੇ ਕਲਮਲ ਕਰਨ ਹਟਾਵੂੰ। ਮੈਂ ਤੁਹਾਨੂੰ ਪਾਪਾਂ ਦੇ ਕਰਮਾਂ 'ਚ ਧੱਕਾ ਨਹੀਂ ਆਇਆ। ਆਮ ਲੋਕ ਕਹਿੰਦੇ ਨੇ ਯੁੱਧ ਵਿੱਚ ਸਭ ਕੁਝ ਮਾਫ ਹੁੰਦਾ ਹੈ, ਪਰ ਯਾਦ ਰੱਖਿਓ ਗੁਰੂ ਘਰ ਵਿੱਚ ਇਹ ਹਦਾਇਤ ਕਹੇ ਕਿ ਜਿਤਨਾ ਮਰਜ਼ੀ ਤੁਹਾਡਾ ਵੱਡੇ ਤੋਂ ਵੱਡਾ ਦੁਸ਼ਮਣ ਹੋਵੇ, ਆਪਣੇ ਕਰੈਕਟਰ ਨੂੰ ਨਾ ਜਾਣ ਦਿਓ। ਜਿਸ ਬੰਦੇ ਦਾ ਕਰੈਕਟਰ ਚਲਾ ਗਿਆ, ਚੇਤੇ ਰੱਖਿਓ ਜਿੱਤਣ ਦੇ ਬਾਵਜੂਦ ਵੀ ਹਾਰ ਜਾਂਦਾ ਹੈ। ਗੁਰਦੇਵ ਨੇ ਕਿਹਾ ਕਰਮਵੀਰ, ਸਤਿਗੁਰੂ ਨੇ ਬਖਸ਼ਿਸ਼ ਕੀਤੀ। ਸਿਰਫ ਬਿਲਕੁਲ ਅੱਜ ਖਿੰਟ ਮਾਤਰ ਮੈਂ ਕਹਿ ਰਿਹਾ, ਜੁੱਧਵੀਰ, ਕਰਮਵੀਰ। ਤੀਸਰਾ ਸ਼ਬਦ ਮੈਂ ਵਰਤਿਆ ਧਰਮਵੀਰ। ਉਂਝ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛੋ ਕਿ ਤੁਹਾਡਾ ਇਸ ਧਰਤੀ ਤੇ ਆਉਣ ਦਾ ਮਕਸਦ ਕੀ ਹੈ, ਕੀ ਪ੍ਰਯੋਜਨ ਕਿਉਂ ਆਏ,
ਤੇ ਗੁਰੂ ਗੋਬਿੰਦ ਸਿੰਘ ਅੱਗੋਂ ਉੱਤਰ ਦਿੰਦੇ ਆ, ਕਹਿਣ ਲੱਗੇ ਖਮ ਇਹ ਕਾਜ ਜਗਤ ਮੋ ਆਏ, ਧਰਮ ਖੇਤ ਗੁਰਦੇਵ ਪਠਾਏ। ਪਿਛਲੇ ਦਿਨੀ ਮੈਂ ਇੱਕ ਬੇਨਤੀ ਕੀਤੀ ਸੀ, ਦੋ ਲਫ਼ਜ਼ ਗੁਰਮਤਿ ਚ ਆਉਣਗੇ, ਇੱਕ ਪਠਾਏ, ਇੱਕ ਧਾਏ। ਪਠਾਏ ਦਾ ਅਰਥ ਹੈ ਭੇਜਿਆ ਹੋਇਆ, ਧਾਏ ਦਾ ਅਰਥ ਹੈ ਹਮਲਾਵਰ, ਹਮਲਾ ਕਰਨ ਵਾਲਾ। ਇਹੀ ਕਾਰਨ ਕਿ ਗੁਰੂ ਨਾਨਕ ਸਾਹਿਬ ਨੇ ਬਾਬਰ ਲਈ ਜਦੋਂ ਸ਼ਬਦ ਵਰਤਿਆ ਉਦੋਂ ਧਾਇਆ ਵਰਤਿਆ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ। ਤੇ ਜਦੋਂ ਗੁਰੂ ਨਾਨਕ ਸਾਹਿਬ ਬਾਰੇ ਭਾਈ ਸਾਹਿਬ ਵਰਦੇ ਉਦੋਂ ਧਾਇਆ ਨਹੀਂ, ਕਹਿਣ ਲੱਗੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਇਹ ਲਫ਼ਜ਼ ਬੜੇ ਗਹਿਰੇ ਜੀ। ਧਾਇਆ ਦਾ ਅਰਥ ਹੈ ਹਮਲਾ ਕਰਨ ਵਾਲਾ, ਤੇ ਪਠਾਇਆ ਦਾ ਅਰਥ ਹੈ ਹਮਲਾ ਕਰਨ ਵਾਲੇ ਦਾ ਮੂੰਹ ਮੋੜਨ ਵਾਲਾ। ਬਾਬਰ ਧਾਇਆ ਹੈ, ਗੁਰੂ ਨਾਨਕ ਸਾਹਿਬ ਪਠਾਇਆ ਹੈ। ਬਾਬਰ ਤੇ ਬਾਬੇ ਦੀ ਪਹਿਲੀ ਟੱਕਰ ਅਹਿਮਨਾਬਾਦ ਹੋਈ, ਇੱਕ ਧਾਇਆ ਦੂਜਾ ਪਠਾਇਆ। ਚੇਤੇ ਰੱਖਿਓ, ਪਠਾਏ ਵਾਲਾ ਜਿੱਤ ਗਿਆ, ਧਾਏ ਵਾਲਾ ਇੱਕ ਦਿਨ ਹਾਰ ਗਿਆ ਹੈ। ਗੁਰੂ ਨਾਨਕ ਗੋਬਿੰਦ ਸਿੰਘ ਕਹਿੰਦੇ ਨੇ ਮੈਂ ਕਾਹਦੇ ਲਈ ਆਇਆ, ਹਮੇ ਕਾਜ ਜਗਤ ਮੋ ਆਏ, ਧਰਮ ਖੇਤ ਗੁਰਦੇਵ ਪਠਾਏ। ਸਾਨੂੰ ਧਰਮ ਦੀ ਸਥਾਪਤੀ ਲਈ ਭੇਜਿਆ ਹੈ। ਉਂਝ ਫਿਰ ਵੀ ਮੇਰੀ ਬੇਨਤੀ ਹੈ, ਧਰਮ ਸ਼ਬਦ ਬੜਾ ਗਹਿਰਾ ਹੈ ਜੀ। ਯਾਦ ਰੱਖਿਓ, ਧਰਮ ਦੇ ਅਰਥ ਸੰਪਰਦਾ ਨਾ ਕਰਿਓ। ਇਹ ਹਿੰਦੂ ਧਰਮ, ਇਹ ਸਿੱਖ ਧਰਮ, ਚਲੋ ਅਸੀਂ ਮੈਂ ਵੀ ਸ਼ਬਦ ਵਰਤਣਾ ਪਿਆ। ਉਂਝ ਵੈਸੇ ਧਰਮ ਸੰਸਾਰ ਵਿੱਚ ਸਿਰਫ ਇੱਕੋ ਵੇ। ਜਦੋਂ ਧਰਮ ਲਫ਼ਜ਼ ਵੀ ਪੈਦਾ ਨਹੀਂ ਸੀ ਹੋਇਆ, ਧਰਮ ਉਦੋਂ ਵੀ ਸੀ। ਗੱਲ ਥੋੜੀ ਜੀ ਔਖੀ ਹੈ, ਸਮਝ ਪਏਗੀ ਜ਼ਰੂਰ। ਆਹ ਪਲੈਨਟ ਕਿਸ ਤਰ੍ਹਾਂ ਚੱਕਿਆ ਜੀ? ਅੱਜ ਇਸ ਧਰਤੀ ਤੇ ਆਪਾਂ ਬੈਠੇ ਹਾਂ, ਸਭ ਤੋਂ ਸੋਹਣਾ ਪਲੈਨਟ ਇਸ ਧਰਤੀ ਦਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਧਰਤੀ ਰੱਬ ਨੇ ਬੰਦਗੀ ਕਰਨ ਵਾਸਤੇ ਬੰਦੇ ਨੂੰ ਦਿੱਤੀ, ਪਰ ਦੁੱਖ ਇਸ ਚੀਜ਼ ਦਾ, ਦੇਵਤਿਆਂ ਦੀ ਧਰਤੀ ਤੇ ਰਾਖਸ਼ਾਂ ਨੇ ਕਬਜ਼ਾ ਕਰ ਲਿਆ। ਕਬੀਰ ਧਰਤੀ ਸਾਧਕੀ ਤਸਕਰ ਬਹਿਸੇ ਗਾ ਕੇ, ਇੱਥੇ ਚੋਰ ਆ ਕੇ ਬਹਿ ਗਏ ਧਰਤੀ। ਮਹਾਰਾਜ ਨੇ ਸ਼ਬਦ ਵਰਤਿਆ। ਇਹੀ ਕਾਰਨ ਕਿ ਸੰਸਾਰ ਕਹਿੰਦਾ ਧਰਤੀ ਦੁੱਖਾਂ ਦਾ ਘਰ ਹੈ। ਆਮ ਲੋਕ ਕਹਿੰਦੇ ਧਰਤੀ ਦੁੱਖਾਂ ਦਾ ਘਰ ਹੈ। ਗੁਰੂ ਨਾਨਕ ਕਹਿੰਦਾ ਦੁੱਖਾਂ ਦਾ ਘਰ ਨਹੀਂ, ਜੇ ਤੋ ਧਰਮਸ਼ਾਲਾ ਹੈ ਧਰਮ ਕਮਾਉਣ ਵਾਸਤੇ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ। ਧਰਮਸ਼ਾਲ ਕਿਹਾ ਗੁਰਮੁਖੋ, ਇਹ ਦੁੱਖਾਂ ਦਾ ਘਰ ਨਹੀਂ ਕਿਹਾ। ਤਿਸ ਵੀ ਧਰਤੀ ਥਾਪ ਰੱਖੀ ਧਰਮਸ਼ਾਲ। ਮੈਂ ਸਿਰਫ ਸੰਖੇਪ ਜਿਹਾ, ਧਰਮ ਕੀ ਹੈ ਸੂਝਵਾਨ ਬੈਠਿਓ। ਧਰਮ ਸੰਸਕ੍ਰਿਤ ਦੀ ਧਰੀ ਧਾਤੂ ਤੋਂ ਪੈਦਾ ਹੁੰਦਾ ਹੈ। ਸੰਸਕ੍ਰਿਤ ਦਾ ਸ਼ਬਦ ਹੈ ਧਰਮ। ਇਹਦਾ ਅਰਥ ਹੈ ਧਾਰਨ ਕਰਨਾ। ਧਰਮ ਦਾ ਅਰਥ ਹੈ ਧਾਰਨ ਕਰਨਾ। ਚਲੋ ਤੁਸੀਂ ਅੰਗਰੇਜ਼ੀ ਮੈਨੂੰ ਤਾਂ ਇੰਨੀ ਆਉਂਦੀ ਕੋਈ ਨਹੀਂ, ਪਰ ਜੇ ਮੈਂ ਗਲਤ ਵੀ ਬੋਲਾਂ ਤੁਸੀਂ ਸਮਝ ਲਿਓ। ਇਹ ਗੱਲ 'ਚ ਮੈਨੇ ਗੱਲੋਂ ਖੁਸ਼ ਹੁਣਾ, ਗੋਰਿਆਂ ਕੋਲ ਅਸੀਂ ਗਲਤ ਵੀ ਬੋਲੀਏ ਤਾਂ ਵੀ ਉਹ ਸਮਝਦੇ, ਹੱਸਦੇ ਕੋਈ ਨਹੀਂ ਅੱਗੋਂ। ਅਸਲੀਅਤ ਉਹਨਾਂ ਨੂੰ ਪਤਾ ਨਹੀਂ, ਬੰਦੇ ਨੂੰ ਪਤਾ। ਅਸੀਂ ਸ਼ਬਦ ਵਰਤਨੇ ਹਾਂ ਰਿਲੀਜਨ। ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਟੂ ਰੀਯੂਨਾਈਟ। ਟੁੱਟੇ ਹੋਏ ਨੂੰ ਜੋੜਨ ਦੀ ਜਿਹੜੀ ਕਿਰਿਆ ਹੈ ਉਹਦਾ ਨਾਮ ਰਿਲੀਜਨ ਹੈ। ਟੁੱਟੇ ਹੋਏ ਨੂੰ ਜੋੜਨਾ। ਆ ਮਜ਼ਹਬ ਸ਼ਬਦ ਹੈ, ਅਰਬੀ ਦਾ ਸ਼ਬਦ ਹੈ। ਇਹ ਜ਼ੂਬ ਧਾਤੂ ਵਿੱਚੋਂ ਨਿਕਲਿਆ। ਇਹਦਾ ਅਰਥ ਹੈ ਸੁਨਹਿਰੀ ਪ੍ਰਕਾਸ਼। ਗੁਰਦੇਵ ਕਹਿੰਦੇ ਨੇ ਮੈਂ ਧਰਮ ਦਾ ਸਥਾਪਨ ਕਰਨਾ ਹੈ, ਪਰ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਦੇ ਧਰਮ ਦਾ ਅਰਥ ਇਹ ਨਹੀਂ ਕਿ ਮੁਸਲਮਾਨ ਖਤਮ ਹੋ ਜਾਏ, ਹਿੰਦੂ ਖਤਮ ਹੋ ਜਾਏ, ਜੈਨੀ ਖਤਮ ਹੋ ਜਾਏ। ਗੁਰੂ ਜਦੋਂ ਧਰਮ ਦੀ ਵਿਆਖਿਆ ਕਰਦਾ ਹੈ, ਇੰਨੀ ਵਿਸ਼ਾਲ ਕਰਦਾ ਹੈ, ਦਿਉਰਾ ਮਸੀਤ ਸੋਈ ਪੂਜਾ ਨਵਾਜ ओई मानस सब है एक पै अनेक को प्रभाव है देवता अदेव जश गंधर्व तुर्क हिंदू न्यारे न्यारे देशन के भेष को प्रभाव हैं। एक है नैन, एक है कान, एक है देह, एक है बान, खाग बाद आतस और आपको रुलाओ हैं। अल्लाह अपेक्ष सोई पुराण ओ कुरान हुई एक ही स्वरूप सब है एक ही बनाओ है। मैं चलो उत्ते शायद स्क्रीन दे आ गया हुणे। धर्म की व्याख्या बड़ी विशाल है। गुरु साहब कहते मैं धर्म की खातर आया। इत्थे होर नुकता सुनियो। हिंदुइज्म नूं लोड़ पई, तिलक जंजू नूं लोड़ पई। ये सब नूं पता भी असी साडा अकीदा है, असी अकाल पुरख नूं मानने हैं। असी होर कर्म कांड तो उपर उठ के केवल सिੱਖੀ ਦੀ ਰਹਿਤ ਨੂੰ ਕਮਾਨੇ। पर जदों किसी दे चिन्ह नूं खतरा बनिया, सच ਇਹ ਵੇ कि गुरु गोबिंद राय ने अपने पिता नूं तोरिया। उत्थे तिलक जंजू का जिक्र जरूर किया, पर नाल धर्मवीर ने जिक्र किया मेरे बाप ने अपना सीस धर्म की खातर दिता। धर्म शब्द बड़ा गहरा है जी। धर्म इवें थोड़ा खत्म हो जाता है। मैं तां ही कहा धर्म उदों भी सी जदों धर्म संप्रदावां नहीं सन। जदों मनुख नहीं पैदा होया धर्म उदों भी सी।
ਇਹ ਪਲੈਨਟ ਖਲੋਤਾ ਹੀ ਇਸ ਕਰਕੇ ਵੇ ਕਿਉਂਕਿ ਧਰਮ ਰੱਬ ਦੀ ਉਹ ਸ਼ਕਤੀ ਹੈ ਜਿਹੜੀ ਹਰ ਚੀਜ਼ ਨੂੰ ਟਿਕਾ ਕੇ ਬੈਠੀ। ਆ ਜਪਜੀ ਸਾਹਿਬ ਤੁਸੀਂ ਪੜ੍ਹਦੇ ਹੋ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ जिन सूत में खैर विषय तो दूर ना निकला। हजूर कहने मैं कादे लिया आया, हम एक काज जगत मोह आए, धर्म खेत गुरदेव पठाए, जहाँ तहाँ तुम धर्म बिथारो। जिथे जिथे जाके तुसी धर्म का प्रचार करो, दुष्ट दोखियां पकड़ पछारो, दुष्टां नूं दोखियां नूं। मैं अर्ज करांगा, गुरु कदी दवैश विच आके शस्त्र नहीं चुकदा। वैगुरू इहनूं फिर सुणियो, ਅਸੀਂ नहीं बख्शदे किसी को। देखो रब ने साढ़े दो विचों भी एकता पैदा की है। रब ने अखां दो दित्तियां ने, नज़रां दो नहीं दित्तियां। उन्हें क्या अखां दो ने जोत एक के, कन दो ने स्रोत एक के, नासका दो ने गंध सुगंध की शक्ति एक है। सच वे असीं एक नाल जुड़ के भी दो दो तीन तीन होए बैठे। गुरु च दवैश नहीं। जे इस ढंग नाल कहोगे गुरु दुश्मन बन के लड़िया, नहीं प्यारिओ। मैं एक बेनती करांगा, सतगुरु ने उत्ते शब्द दुष्ट वरत्या, तुरक नहीं वरत्या। दुष्ट दोख ते ले बचाई क्या है। हम एक काज जगत में आए, धर्म हेत गुरदेव पथाए, जहां तहां तुम धर्म बिथारो, दुष्ट दोखियन पक पछारो। जे गुरु दे शस्त्र च पाप होवे, वेखो शस्त्र तो कन्नी ना कतराया करो। आ तुसी गुरु ग्रंथ साहिब दे अगे शस्त्र रखे ना जी, ये डेकोरेशन थोड़ा है। तुसी चंदोवा लाया है, भाई साहब चौर कर रहे की डेकोरेशन? नहीं नहीं, चंदोवे नूं चौर नूं शस्त्र नूं प्लीज़ डेकोरेशन मत कहो। ये तुहाडा मीरी ते पीरी दा सिद्धांत है। उके तुहाडा शब्द दा प्रकाश है, थल्ले तुहाडे शस्त्र पए ने। इहदा मतलब सिख जदों भी शस्त्र नूं हथ पांदा है ते शब्द नूं सीने विच लैके हथ पांदा है। सिख शब्द नूं छड्ड के, बाणी नूं छड्ड के नहीं। मैं एक उदाहरण तुहानूं देना। गुरु हरगोबिंद साहिब ने करतारपुर की जंग लड़ी, 6वें गुरदेव ने। हिस्टरी जानने वाले नूं पता है, पैंदे खान नाल लड़ाई कोई। महाराज जिन्हां नूं पालिया सी अपने हत्थी। तुसीं ये गल ध्यान नाल सुणिओ कि जदों बंदे दा सिर खुला होवे, खून वगदा होवे, वो बटरिंग करेगा? एवें झूठियां गल्लां करेगा? वो गुरु हरगोबिंद साहिब दे सामने आया, 3 वार उन्हें कीते, पर गुरु हरगोबिंद साहिब दे घोड़े थल्ले वड़न लगा। गुरु गोबिंद सिंह जी दे दादा ने ना गुरु हरगोबिंद साहिब। मैं कहना 2 गोबिंद आए सिखां च, दोनों दे बापू शहीद होए। गुरु अर्जुन देव शहीद होए ते गुरु हरगोबिंद आए, ते गुरु तेग बहादुर शहीद होया ते गुरु गोबिंद सिंह आया। दादे ते पोते ने कोई काम किया। हजूर सच्चे पातशाह ने पैंदे खां घोड़े समेत गुरुदेव नूं चुकना चाहता, ते सतगुरां ने अपनी ढाल इहदे सिर च मारी। शस्त्र नहीं मारिया, और एक ढाल मारी। ढाल इन्नी तिखी सी, इहदे सिर च वजी, इहदा सारा सिर खुल गया। ये जमीन ते डिग पिया जी। कोई भी विद्वान इत्थों इनकारी नहीं हो सकता। गुरु हरगोबिंद साहब घोड़े तो थल्ले उतरे। असी सारे सुनाने रागी प्रचारक। ਉਹਦੇ चेहरे उत्ते गुरु ने ढाल की छां कर दी। देखो जरा लड़न आया, ਉਹਦੇ चेहरे ते ढाल की छां की। जदों ਉਹਦੀਆਂ ਅੱਖਾਂ खुलियां, उन्हें देखा गुरु हरगोबिंद साहब ने अपनी ढाल की छां की। रो पिया, ਉਹਦੀਆਂ ਅੱਖਾਂ 'ਚ पानी आया। महाराज गुरु हरगोबिंद साहब कहंदे पैंदे खां तू रो ना। महाराज बैराग चाहे तू रो ना, कलमा पढ़, कलमा तेनू अल्लाह दे घर भी थां मिलेगी। पैंदे खां जमीन ते डिग्या, ਉਹਦੀ खोपड़ी खुली कोई है, ਉਹਦੀ मिज ते आंदरा बाहर ने, ਉਹਦਾ अंतला सवास आउंदे पए ने। ਉਹ कहंदा गुरु हरगोबिंद साहब जी केड़ा कलमा पढ़ा, तेरी ढाल ही मेरा कलमा बन गई। ये बटरिंग नहीं हो सकती। इहनूं ध्यान नाल सुनो फिर दोबारा कि ये बटरिंग हो सकती है? नहीं। गुरु गोबिंद सिंह गुरु हरगोबिंद साहब ਇਹਦੇ ਹੱਥ ਵਿੱਚ ਪਕੜੇ ਹੋਏ ਸ਼ਸਤਰ ਵੀ ਕਿਰਪਾ ਵਰਤਾਉਂਦੇ ਨੇ। ਸੱਚ ਵੇ ਪੈਂਦੇ ਖਾਂ ਦੇ ਸਿਰ 'ਚ ਢਾਲ ਵੱਜੇ ਤੇ ਉਹ ਗੁਰੂ ਦੀ ਢਾਲ ਵੀ ਪੈਂਦੇ ਖਾਂ ਦੀ ਮੁਕਤੀ ਕਰ ਦਿੰਦੀ ਹੈ। ਇਹੀ ਕਾਰਨ ਗੁਰੂ ਕਦੀ ਈਰਖਾ 'ਚ ਨਹੀਂ ਲੜਦਾ। ਜਮਸ਼ੇਦ ਖਾਂ ਖੰਜਰ ਮਾਰਦਾ ਗੁਰੂ ਗੋਬਿੰਦ ਸਿੰਘ ਨੂੰ। ਸਤਿਗੁਰੂ ਇੱਕੋ ਦਮ ਉੱਠ ਕੇ ਉਹਨੂੰ ਪਕੜ ਕੇ ਜਦੋਂ ਝਟਕਾਉਂਦੇ ਆ, ਉਹ ਮਰਦਿਆਂ ਹੋਏ ਇੱਕ ਸ਼ਬਦ ਕਹਿੰਦਾ, ਹਾਏ ਅੰਮਾ। गुरु गोबिंद सिंह कहने पठान के बेटे अम्मा मत बोल, अल्लाह बोल, अल्लाह। गुरु दवैश च नहीं लड़ता,
गुरु साहब कहते धर्मवीर मैं कह रहा, हम एक काज जगत में आए, धर्म खेत गुरुदेव पठाए, जहां तहां तुम धर्म बिथारो, दुष्ट दोखिन पकड़ पछारो, यही काज धरा हम जन्मंग, समझ लो साधु सम मनमंग, धर्म चलावन संत उभारन, दुष्ट सबन को मूल उपारन। हुण दुष्ट शब्द समझ के ना समझो भी आप ईरखा च कह रहे, क्योंकि गुरबाणी दुष्ट मानदी। तुसीं एक रोज़ पढ़दे हो पदा प्यो ते पुत्तर दी गल है, प्यो नूं बाणी दुष्ट कहंदी है ते पुत्तर नूं भगत कहंदी है। हर जुग जुग भगत उपाया, पैज रखदा आया राम राजे, हर नाक्ष दुष्ट हर मारिया, प्रहलाद तराया, खून दा रिश्ता प्यो ते पुत्तर दा। चेते रखियो जे प्यो भी दुष्ट बन जाए ते परमात्मा पुत्तर दी खातर प्यो नूं भी पट के रख दिंदा। कल्ले तुरक दुष्ट नहीं, जे मसंद दुष्ट बने, मसंद दारू पीन लगे, मसंद करैक्टर तो डिग पे, मसंद लफ्ज फारसी का लफ्ज है मसनद, मसनद का अर्थ है गद्दी, गद्दी ते बैठ के उपदेश करने वाला। वाहिगुरू जी बचाओ, मैं कौमे च नहीं कहता, याद रखियो साडे वर्गे बोलण वाले जे किते तिलक जान ते सानू खिमा करना बड़ा मुश्किल हो जाएगा। वो जो करैक्टर तो डिगे, दुष्ट बिरती बने, सच है वे गुरु गोबिंद सिंह ने मसंदा नूं भी सोध के रख दिता। आनंदपुर साहिब एक खूह है मसंदा का, जिते भोरा साहिब है उत्ते खूह है मसंदा दा। गुरु गोबिंद सिंह कहते मैं दुष्टां नूं पट्टण आया, ते फिजिकल दुष्टां नूं केवल नहीं, जेड़े मनुख दे अंदर काम क्रोध लोभ अहंकार ईर्खा निंदिया है, मैं शब्द दे शस्त्र नाल इन्हां दुश्मनां दीयां जड़ां पट्टांगा, ते मैं लोहे दे शस्त्र नाल बाहर दे दुश्मन दी जड़ां पट्टांगा। गुरु गोबिंद सिंह शस्त्र ते शास्त्र वो धर्मवीर ने, मैं फिर शब्द वरतांगा, वो युद्धवीर ने, वो कर्मवीर ने। गुरु गोबिंद सिंह महाराज धर्मवीर ने। अगला चौथा शब्द है दानवीर ने, दान देने विच बहादुर ने। हुण दान लफ्ज़ मैं की वरता, पिछले दिन एक अर्ज की सी, दास ने औरंगाबाद, ये फतेहगढ़ साहब भी मैं अर्ज करके आया। तुलसी जी की एक दो सतरां ने, माता गुजरी जी ते मैं बोल रहा सा उस दिन। तुलसी जी कहते ने कि ऐ मां, तेरी कुख तो जिस बेटे ने जन्म लेना है, ਉਹਦੇ ਕੋਲ 3 ਗੁਣਾਂ ਵਿੱਚ ਇੱਕ ਗੁਣ ਹੋਵੇ, ਉਹ ਭਗਤ ਹੋਵੇ, ਜੇ ਭਗਤ ਨਹੀਂ, ਜੇ ਭਗਤ ਨਹੀਂ ਤੇ ਸੂਰਮਾ ਹੋਵੇ, ਜੇ ਸੂਰਮਾ ਨਹੀਂ ਤੇ ਦਾਨੀ ਹੋਵੇ। ਉਹ ਕਹਿੰਦੇ ਨੇ ਇੱਕ ਚਾਹੀਦਾ, ਭਗਤ ਜਾਂ ਸੂਰਮਾ ਜਾਂ ਦਾਨੀ। ਮੈਂ ਉਸ ਦਿਨ ਕਿਹਾ ਤੁਲਸੀ ਜੀ ਤੁਸੀਂ ਕਹਿ ਰਹੇ ਹੋ ਇੱਕ ਇੱਕ ਗੁਣ ਚਾਹੀਦਾ, ਜਾਂ ਭਗਤ ਜਾਂ ਸੂਰਮਾ ਜਾਂ ਦਾਨੀ। ਸੱਚ ਹੈ ਵੇ ਗੁਰੂ ਗੋਬਿੰਦ ਸਿੰਘ ਕੱਲੇ ਵਿੱਚ ਹੀ ਸਾਰੇ ਗੁਣ ਭਰੇ ਹੋਏ ਆ। उस वर्गा भगत कोई नहीं, उस वर्गा सूरमा कोई नहीं, उस वर्गा दाते वर्गा दानी कोई नहीं। मैं 2 बेनतियां तुहानूं करके राइट टाइम, मिनट मेरे रह गया पूरे 7 मिनटां च मैं समाप्ति कर दियाँगा। एक है बाहरमुखी दान करना, एक है अपना आपा दान कर देना। शायद ये कथा रिपीट थोड़ी जी होवे। सतगुरु ने बड़ियां बख्शां कीतियां। कवि दरबार सज्जिया, मैं कई बार ये घटना सुनाई है। जिमें सैकटरी साहब टाइम वंड के देंदे आ, इस तरह कवियां नूं टाइम वंड के दिता जा रहा है भी फलाना कवि कौन बोलेगा। उदों कवि 52 नहीं सन, गिनती थोड़ी सी। दरबार विच एक सज्जन आया, उन्हें महाराज जी नूं मत्था टेकिया। उहदे कपड़े पाटे हुए सन जी, ਜਿਹੜਾ ਉਹਨੇ ਬਸਤਰ ਪਾਇਆ ਅਰਕਾਂ ਤੋਂ, ਆ ਕੋਣੀ ਅਰਕ ਕਹਿੰਦੇ ਆ ਨਾ ਆਪਾਂ, ਅਰਕ ਤੋਂ ਇੱਥੋਂ ਕੱਪੜੇ ਪਾਟੇ, ਟਾਕੀ ਲਾਈ, ਉਹਦਾ ਪਜਾਮਾ ਪਾਟਿਆ ਹੋਇਆ, ਟਾਕੀਆਂ ਨਾਲ ਗੰਢਿਆ। ਉਹ ਐਸਤਾ ਐਸਤਾ ਉੱਥੇ ਪਹੁੰਚ ਗਿਆ ਜਿੱਥੇ ਸਿੱਖ ਟਾਈਮ ਵੰਡ ਕੇ ਦਿੰਦਾ ਪਿਆ ਸੀ। ਮਹਾਰਾਜ ਸੁਣਦੇ ਪਿਆ ਕਵੀਆਂ ਨੂੰ। ਉਹ ਸਿੱਖ ਨੂੰ ਕਹਿੰਦਾ ਮੈਂ ਕਵੀ ਖਾਂ, ਮੈਂ ਸੁਣਿਆ ਗੁਰੂ ਗੋਬਿੰਦ ਸਿੰਘ ਦੇ ਘਰ ਚੋਂ ਕਦੀ ਕੋਈ ਖਾਲੀ ਨਹੀਂ ਗਿਆ, ਮੈਨੂੰ ਕਵਿਤਾ ਕਹਿਣ ਦਾ ਵਕਤ ਮਿਲ ਜਾਏਗਾ, टाइम मिलेगा। सिख ने धीरे दे के बिठा लिया, गुस्से च नहीं आए। गुरु साहब ने पूछा महाराज ये सज्जन अज नवे आए ने, कहते मैं कवि खां। सतगुरु देख के कहते जे कवि ने तो इन्हों खाली ना तोरियो, सारे कवि जदों भुगत जाणगे इन्हों टाइम जरूर दिया जे। सारे कवि जी
कविता सुना हटे। फिर उत्थे अनाउंस किया गया सिख वालों, साध संगत जी जो दरबारी कवि सन वो भुगत गए ने। प्यारिओ सच ये जे मेरे को वक्त नहीं इन्ना, जिंदगी विच भी बंदे को वक्त नहीं। इच्छा मेरी कहे गुरु गोबिंद सिंह दे 52 दे 52 कवि उन्हां सारियां दा जीवन ते सारियां दी रचना थोड़ी थोड़ी सिख संगतां नाल जरूर सांझी करा। ये साडे कोल मौजूद है जी खजाना। उन्हें कहा साध संगत जी दरबारी कवि भुगत गया, अज एक कवि आया तो इस कवि का नाम है हीर। ये आप जी नूं अज कविता सुनाएगा। ਉਹਦਾ नाम लिया जी। वो कवि संगत विचों ने 4 चफेरे देखिया। वो उत्थे नहीं खड़ा होया जिथे स्टेज ते कविता सुनाई जानी, वो गुरु गोबिंद सिंह जी के सामने खलो गया जी। सिखा क्या स्टेज है, इशारा करके कहता नहीं इत्थे। मंच सी शायद गुरु गोबिंद सिंह के सामने खलो के बोलेगा। उन्हें महाराज के सामने खलो के बैठका मारन लग पिया। बैठका शब्द पता होना ना जी, जदों वर्जिश करते उठना बहना, वो बैठका मारे। उस तो बाद वो थापड़ा मारन लग पिया पट उत्ते, जिवें पहलवान कुश्ती लड़ते। फिर उन्हें अपने आ जिहड़े डौले ने जी, मैं लफ्ज पंजाबी दे वरतना पिया सारे, ये लफ्ज मारियो ना, अपने इन्हां डौलियां ते हथ मारिया। संगत वेखण लग पई ये कवि। इन्नी देर नूं एक सिख गया, उन्हें पकड़ के क्या भाई साहब जी कवि हो के पहलवान हो? शरीर तुहाडा माड़चू जिहा, काम तुसीं पहलवानां वाले करदे हो। जे पहलवान हो तो शाम नूं अखाड़ा लगेगा, उत्थे उतर जाओ कि कवि हो? सच है वे संगत सारी चुप। उस दियां अखां चों पानी दी धारा वह टुरी। कहंदा साध संगत जी मैं कवि खां, मैं पहलवान नहीं। मैं बेनती कर लगा दानवीर गुरु गोबिंद सिंह। सिर्फ इको नुकता लिया जे ते बहुत विस्तार हो सकता इन्हां 4 गल्लां दा। कहन लगा मैं कवि खां, पर मेरा थापड़ा मारना, मेरा डौले नूं हथ लाना, मेरा बैठका मारना, ये मैं कोई बेदबी नहीं कर रहा। उन्हें कविता लिखी, मैं तुहानूं सुनानी कि 4 सतरां। कहन लगे दुनिया के लोगों कि गुरु गोबिंद सिंह महाराज, मैं यदी शोभा सुन के आया। मैनू परमात्मा ने कविता का हुनर दिता है, मैं छंदाबंदी कर लेना, मैनू सारे गुण दिते, पर मेरे गुणों की कीमत किसी नहीं पाई। मैं कवितावां सुनाना, मेरे कपड़े देखो पाटे ने, मेरे को तन ढकन लई कपड़ा नहीं, मेरे बच्चों की रोटी नहीं। संगत जिको दम बैराग छाया। कहना मैं इस करके बैठका मारियां ने संगत लई नहीं, मैं अज गरीबी नूं, कंगालता नूं, निर्धनताई नूं थापड़ा मार के कहना कि कई सालां दा तू मेरे परिवार दा खैड़ा नहीं छट्टिया गरीबी, अज तू आ गुरु गोबिंद सिंह दे दरबार च पहुंचिया वा। देखी गुरु गोबिंद सिंह दाना दे तीर मार मार के तेनू चलनी चलनी कर देवेगा। मेरी बेनती सुनियो, उत्थे वो लिखदा दार्द कपूत, आ कविता गाई उन्हें। दार्द कपूत दरिद्रता दर ते कंगालता गरीबी, रोटी भी ना पक्के। दार्द कपूत तेरो मरनो बन्यो है आज, कर कै सलाम खोजो कवि हीर सो। नतर गोबिंद सिंह विलक करेंगे तो टूक टूक गाडे मारे दानन के तीर सो। गुरु गोबिंद सिंह दान दे तीर मारेगा, मेरी गरीबी नूं कटेगा। सतगुरु दी अखां भेजाइयां, कहन लगे खालसा जी जिन्ना इहदा भार इहनूं तोल के सोना दे दिओ, गुरु घरों खाली ना जाए। मैं एक बेनती करांगा, एडा दानवीर कोई है? चलो ये तो हरीचंद का जिक्र भी आ जाएगा दान च, पर मैं एक बेनती करांगा, गुरु गोबिंद सिंह धन का दान नहीं केवल करते, दानवीर गुरु गुरु गोबिंद सिंह केवल हीरे मोती दान नहीं करते। जिस दिन तिलक ते जंजू झोली अड के कहंदे कि मेरी पूजा मेरा देव आलिया, मेरी संध्या मेरी गायत्री मेरा वेद, तां बचेगा। जे कोई महापुरुष अपने आप को बलिदान दे, कुर्बान करे, सच है वे उस दिन गुरु गोबिंद सिंह पिता दा भी दान में लफ्ज वरतन लगा। इस करके गुरु गोबिंद सिंह केवल धन दे दानी नहीं, जमीन दे दानी नहीं, सच है वे दान वीर गुरु गोबिंद सिंह, जिदन लोड़ पई अपना सरबंस भी मानवता तो दान कर दिता, अपना सरबंस कुर्बान किया।
ਅਜ਼ੀਜ਼ੁੱਲਾ ਸਾਹਿਬ ਬਾਹਰ ਬੈਠੇ, ਰਾਏ ਅਜ਼ੀਜ਼ੁੱਲਾ ਗੰਗਾ ਸਾਗਰ ਲੈ ਕੇ ਆਇਆ। ਇਹਨਾਂ ਦੀ ਬੜੀ ਵੱਡੀ ਦੇਣ ਸੀ। ਗੁਰਦੇਵ ਇਹਨਾਂ ਦੇ ਕੋਲ ਹੀ ਗਏ ਜਦੋਂ ਨੂਰੇ ਮਾਹੀ ਨੂੰ ਇਹਨਾਂ ਦੇ ਬਜ਼ੁਰਗਾਂ ਨਹੀਂ ਭੇਜਿਆ। ਗੁਰੂ ਗੋਬਿੰਦ ਸਿੰਘ, ਅੱਜ ਸਵੇਰੇ ਮੈਂ ਉਸ ਗੁਰਦੁਆਰੇ ਸੁਣਾਇਆ, ਸਿਰਵੇ ਤੇ ਦਾਨਵੀਰ। ਖਬਰ ਮਿਲ ਗਈ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਕੋਹ ਕੇ ਸ਼ਹੀਦ ਕੀਤੇ। ਰਾਏ ਕੱਲਾ ਰੋ ਪਿਆ, ਨੂਰਾ ਮਾਹੀ ਰੋ ਪਿਆ, ਸਿੱਖ ਰੋ ਪਏ। ਇਸ ਰੋਣ ਦਾ ਅਰਥ ਢਾਹਾਂ ਨਾਲ ਨਾ ਜੋੜਿਓ, ਆਖਰ ਜਿਗਰ ਹੈ। ਭਾਈ ਦਇਆ ਸਿੰਘ ਨੇ ਚਰਨ ਪਕੜ ਕੇ ਕਿਹਾ, ਸਤਿਗੁਰੂ ਤੇਰੇ ਜੈਸਾ ਕੋਈ ਨਹੀਂ। ਇੱਕ ਪੰਜਾਬੀ ਦੇ ਸ਼ਾਇਰ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਤੇ ਜਲਾਲ ਸੀ। ਜਦੋਂ ਸ਼ਹਿਨਸ਼ਾਹ ਸ਼ਬਦ ਸੁਣਿਆ, ਕਹਿਣ ਲੱਗੇ, ਖਾਲਸਾ ਜੀ ਕਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਂ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ। ਸੁਣਿਓ ਸਰਬੰਸ ਦਾਨੀ ਕੀ ਕਹਿੰਦੇ, ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਂ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ। 4 ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ। ਮਤ ਕਹੋ ਸਿੰਘੋ ਮੈਨੂੰ ਸ਼ਹਿਨਸ਼ਾਹ, ਕਿਰਸ਼ਾਂ ਨਾਲ ਤੇ ਕਰਜ਼ਾ ਉਤਾਰਿਆ ਮੈਂ। ਮਤ ਕਹੋ ਸਿੰਘੋ ਮੈਨੂੰ ਸ਼ਹਿਨਸ਼ਾਹ, ਕਿਸ਼ਤਾਂ ਨਾਲ ਤਾਂ ਕਰਜ਼ਾ ਉਤਾਰਿਆ ਮੈਂ ਬੇਨਤੀ ਕੀਤੀ ਕਿ ਸੂਰਮੇ ਦਾ ਖੇਤਰ ਬੜਾ ਵੱਡਾ ਜੀ। ਉਹਨਾਂ 4 ਸ਼ਬਦ ਵਰਤੇ, ਮੈਂ ਚਾਰੇ ਚੁੱਕ ਲਏ। ਗੁਰੂ ਗੋਬਿੰਦ ਸਿੰਘ ਜੁੱਧ ਵੀਰ ਹੈ, ਗੁਰੂ ਗੋਬਿੰਦ ਸਿੰਘ ਧਰਮ ਵੀਰ ਹੈ, ਗੁਰੂ ਗੋਬਿੰਦ ਸਿੰਘ ਸੱਚ ਐਵੇਂ ਕਰਮ ਵੀਰ ਹੈ, ਗੁਰੂ ਗੋਬਿੰਦ ਸਿੰਘ ਦਾਨ ਵੀਰ ਹੈ। ਇਹ ਚਾਰੇ ਸ਼ਬਦ ਵੀ ਛੋਟੇ ਪੈ ਜਾਂਦੇ ਆ। ਸੱਚ ਐਵੇਂ ਕਿ ਕਾਦਰੇ ਖਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾਂ ਯਾਰ ਗੁਰੂ ਗੋਬਿੰਦ ਸਿੰਘ। ਹਰ ਕਾਰ ਦੇ ਕਰਤੇ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ, ਜਿਹਦਾ ਕੋਈ ਨਹੀਂ ਉਹਦਾ ਗੁਰੂ ਗੋਬਿੰਦ ਸਿੰਘ ਹੈ।